विदेश गया मेरा बापू 35 साल लापता रहा। पिछों प्यो दी कबीलदारी मैं सांभी, 7 भैन भरा बच्चे समझ के पाले, मैं जिंदगी पर विआह नहीं करवाया। बापू दा दोस्त धोखे नाल उन्हां नूं विदेश लै गया ते ईरान च छड्ड गया। सानू ये भी पता नहीं सी कि वो जिउंदे भी आ कि नहीं। मैं ते मेरी मां ने फैक्ट्री च काम कीता, लोकां दे घरां विच काम कीता, लोकां दे कपड़े धोते, विआहां शादियां विच काम कीता। कई बार घर च लूण मिर्च ना होना तां गवांढियां तो मंगना ते उन्हां ने कहना ये तां मंगते ने। रिश्तेदार कहण लग पे कि इहदा विआह कर दो नहीं तां ये भज जावेगी। मैं अपनी मां नूं कहता कि मैं विआह नहीं कराउणा, मैं अपने बच्चे पालूंगी। फिर 35 साल बाद मेरा बापू घर परतिया। वो अपना घर, पत्नी, बच्चे सब भुल चुके सी। उस तो बाद मेरे बापू नूं ब्रेन हैमरेज हो गया, जिस तो बाद उन्हां दी मौत हो गई। भरा दा विआह करना सी, माता जी कोमा च चले गए ते उन्हां दी भी मौत हो गई। उस तो बाद बाकी भैन भरावां दे विआह मैं आप कीते। विआह च माँ बाप दी जगह भैणां दे पल्ले मैं फड़ाए, भरावां दे पानी तक वार के मैं पीते। मेरे जीजिਆਂ ਨੂੰ मैं जीजा नहीं जवाई ਮੰਨਦੀ ਤੇ ਉਹ ਵੀ ਮੈਨੂੰ ਸਹੁਰਾ ਸਾਹਿਬ ਕਹਿੰਦੇ ਨੇ। ਮੈਂ ਆਪਣੀਆਂ ਭਰਜਾਈਆਂ ਨੂੰ ਨੂੰਹਾਂ ਬਣਾ ਕੇ ਘਰ ਲਿਆਂਦਾ, ਉਹ ਮੈਨੂੰ ਸੱਸ ਦੀ ਜਗ੍ਹਾ ਮੰਨਦੀਆਂ ਨੇ। ਉਸ ਤੋਂ ਬਾਅਦ ਮੇਰੇ ਭਰਾ ਦੀ ਮੌਤ ਹੋ ਗਈ, ਉਹਦੀ ਇੱਕ ਧੀ ਆ, ਫਿਰ ਉਸ ਦੀ ਮੈਂ ਪਿਓ ਬਣ ਕੇ ਪਰਵਰਿਸ਼ ਕੀਤੀ। ਮੈਨੂੰ ਕੋਈ ਸ਼ਿਕਵਾ ਨਹੀਂ, ਮੇਰਾ ਵਿਆਹ ਨਹੀਂ ਹੋਇਆ। ਅਸੀਂ 7 ਭੈਣ ਭਰਾ, ਮੈਂ ਵੱਡੀਆਂ, ਸਭ ਤੋਂ ਵੱਡੀ, ਬਾਕੀ ਸਾਰੇ ਛੋਟੇ ਆ ਮੇਰੇ ਤੋਂ। ਮੇਰੇ ਫਾਦਰ ਸਾਹਿਬ ਦੇ ਨਾਲ ਇੱਕ ਉਹਨਾਂ ਦੇ ਫਰੈਂਡ ਸੀਗੇ। ਮੇਰੇ ਫਾਦਰ ਨੇ ਹੀ ਉਹਨਾਂ ਦਾ ਵਿਆਹ ਕੀਤਾ ਸੀ। ਜਦੋਂ ਬਾਹਰੋਂ ਆਇਆ ਉਹ ਕਹਿੰਦਾ ਵੀ ਮੈਂ ਭਾਜੀ ਤੁਹਾਨੂੰ ਬਾਹਰ ਲੈ ਜਾਊਂਗਾ, ਮਤਲਬ ਕਿ ਗਲਤ ਤਰੀਕੇ ਨਾਲ ਲੈ ਗਿਆ ਉਹ, ਤੇ ਉਹ ਈਰਾਨ ਦੇ ਵਿੱਚ ਛੋੜ ਗਿਆ। ਈਰਾਨ 'ਚ ਉਹਨਾਂ ਦਾ ਕੋਈ ਪਤਾ ਨਾ ਲੱਗੇ, ਕਦੀ ਹੋ ਗਿਆ ਸਾਲ 2 ਸਾਲ ਬਾਅਦ ਇੱਕ ਚਿੱਠੀ ਆ ਜਾਂਦੀ ਸੀ ਕਿ ਮੈਂ ਠੀਕ ਆ, ਤਾਂ ਸਾਨੂੰ ਰਹਿੰਦਾ ਸੀ ਵੀ ਠੀਕ ਹੈ। ਤਾਂ ਉੱਥੇ ਮਿਹਨਤ ਕਰਦੇ ਰਹੇ, ਕੱਪੜੇ ਸੀਂਦੇ ਰਹੇ, ਆਪਣਾ ਗੁਜ਼ਾਰਾ ਕਰਦੇ ਰਹੇ। ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਚਲੋ ਆਪਾਂ ਇਰਾਕ ਚੱਲਦੇ। ਇਰਾਕ ਗਏ, ਇਰਾਕ ਵੀ ਲੜਾਈ। ਫਿਰ ਚਲੇ ਗਏ ਉਹ ਲਿਬਨਾਨ 'ਚ, ਉੱਥੇ ਵੀ ਲੜਾਈ ਸੀ ਲਿਬਨਾਨ ਦੀ ਤੇ ਇਸਰਾਈਲ ਦੀ। ਫਿਰ ਨਾ ਮੇਰੇ ਫਾਦਰ ਦਾ ਸੰਦੇਸ਼ ਆਇਆ ਵੀ ਮੈਂ ਕੱਪੜੇ ਭੇਜੇ, ਪੈਸੇ ਭੇਜੇ, ਤੁਸੀਂ ਉੱਥੋਂ ਲੈ ਲਓ। ਫਿਰ ਅਸੀਂ ਦੋਨੋਂ ਮਾਵਾਂ ਧੀਆਂ ਗਈਆਂ। ਉਹ ਡਾਕਟਰ ਬਹੁਤ ਵੱਡਾ ਸੀਗਾ ਤੇ ਉਹਨੇ ਸਾਨੂੰ ਪੈਸੇ ਵੀ ਫੜਾਏ ਤੇ ਉਹ ਕਹਿੰਦੇ ਵੀ ਉਹ ਠੀਕ ਹੈ ਉੱਥੇ, ਵੀ ਆਂਦੇ ਕਿਉਂ ਨਹੀਂ, ਕਹਿੰਦੇ ਆ ਜਾਏਗਾ। ਉਹ ਲਾਸਟ ਮੈਸੇਜ ਸੀਗਾ ਸਾਨੂੰ। ਤੇ ਫਿਰ ਮੇਰੇ ਫਾਦਰ ਦਾ ਪਤਾ ਨਹੀਂ ਚੱਲਦਾ ਸੀਗਾ, ਕਿੱਥੇ ਪਤਾ ਕਰੀਏ ਡੈਡੀ ਦਾ। ਆਸ ਛੱਡਤੀ। ਮੰਮੀ ਕਹਿੰਦੀ ਸੀ ਤੇਰੇ ਡੈਡੀ ਮਰ ਗਏ ਆ, ਪਤਾ ਨਹੀਂ ਕੀ ਹੈ। 7 ਭੈਣ ਭਰਾ। ਉਸ ਟਾਈਮ ਤੁਸੀਂ ਦੇਖਦੇ ਤਾਂ ਬਿਲਕੁਲ ਛੋਟੇ ਛੋਟੇ ਸੀਗੇ ਔਰ ਗਰੀਬੀ ਵੀ ਇੰਨੀ ਸੀ। ਫਿਰ ਨਾਲੇ ਫੈਕਟਰੀ 'ਚ ਕੰਮ ਕਰਨਾ, ਆਲੂ ਸਟੋਰ 'ਚ ਵੀ ਕੰਮ ਕੀਤਾ, ਲੋਕਾਂ ਦੇ ਭਾਂਡੇ ਵੀ ਮਾਂਜੇ, ਵਿਆਹਾਂ 'ਚ ਵੀ ਕੰਮ ਕੀਤਾ। ਸਰਦੀਆਂ 'ਚ ਕੱਪੜੇ ਧੋਣ ਜਾਣਾ 5 ਵਜੇ ਉੱਠ ਕੇ। ਅਸੀਂ ਕਈ ਵਾਰੀ ਪੜੋਸੀਆਂ ਤੋਂ ਹਲਦੀ ਮਿਰਚ ਵੀ ਮੰਗਣ ਚਲੇ ਜਾਂਦੇ ਸੀ। ਤੇ ਲੋਕੀ ਪਤਾ ਕੀ ਕਹਿੰਦੇ, ਤੁਹਾਡਾ ਕੰਮ ਹੀ ਹੈ ਮੰਗਣਾ। ਵਾਰੀ ਮੇਰਾ ਬ੍ਰਦਰ ਚਲਾ ਗਿਆ ਵਿਆਹ 'ਚ, ਲਾਈਟਾਂ ਚੱਕਣ, ਵੀ ਆਟਾ ਨਹੀਂ ਹੈਗਾ ਘਰ, ਚੱਲ। ਅਸੀਂ ਲੱਭਦੀਆਂ ਰਹੀਆਂ ਦੋਨੋਂ ਮਾਵਾਂ ਧੀਆਂ। ਫਿਰ ਆ ਕੇ ਕਹਿੰਦਾ ਹੈਲੋ ਪੈਸੇ। ਇਸ ਕਹੇ ਕਿ ਵੀ ਚੋਰੀ ਚਾਰੀ ਕੀਤੀ, ਕਹਿੰਦਾ ਨਹੀਂ ਮੈਂ ਲਾਈਟਾਂ ਚੱਕੀਆਂ ਵਿਆਹਾਂ 'ਚ। ਫਿਰ ਉਸ ਮਾਂ ਦਾ ਤੇ ਉਸ ਭੈਣ ਦਾ ਦਿਲ ਕੀ ਕਹਿੰਦਾ ਹੋਏ। ਮੇਰੀ ਮੰਮੀ ਕਹਿੰਦੀ ਹੁਣ ਤੂੰ ਪੜ੍ਹਾਈ ਨਾ ਛੱਡ। ਮੈਂ ਕਿਹਾ ਪੜ੍ਹਾਈ ਛੱਡਣੀ ਪਏਗੀ। ਮੈਂ 8ਵੀਂ ਸਕੂਲ ਤੱਕ ਕੀਤੀ। ਮੇਰੀ ਮੰਮੀ ਨੂੰ ਰਿਸ਼ਤੇ ਆਂਦੇ ਰਹੇ ਮੇਰੇ। ਮੈਂ ਕਿਹਾ ਵੀ ਜੀ ਮੈਂ ਨਹੀਂ ਵਿਆਹ ਕਰਾਉਣਾ। ਮੇਰੇ ਚਾਚੇ ਤਾਂ ਕਹਿੰਦੇ ਵਿਆਹ ਕਰੋ, ਕੁੜੀਆਂ ਦੌੜ ਜਾਂਦੀਆਂ। ਤੇ ਮੈਂ ਆਪਣੀ ਮੰਮੀ ਨੇ ਕਿਹਾ ਵੀ ਜੀ ਜੇ ਮੈਂ ਗਲਤ ਸਟੈਪ ਚੱਕੂੰਗੀ ਵੀ ਮੈਨੂੰ ਨਾ ਮੂੰਹ ਲਾਈਓ ਤੁਸੀਂ, ਮੈਂ ਵਿਆਹ ਨਹੀਂ ਕਰੂੰਗੀ, ਮੈਂ ਪਾਲਾਂਗੀ ਬੱਚੇ। ਫਿਰ ਜਦ ਇਹਨਾਂ ਨੂੰ ਨਵਾਉਣਾ ਧਵਾਉਣਾ ਹੈ ਨਾ, ਰੋਟੀ ਬਣਾਉਣੀ ਦੇਣੀ, ਤਾਂ ਸਮਝ ਲਓ ਇਹੀ ਹੈ ਵੀ ਕਿ ਮੇਰੇ ਬੱਚੇ ਆ। ਫਿਰ ਮੇਰਾ ਵੱਡਾ ਬ੍ਰਦਰ ਸਾਡੇ ਤੋਂ 2 ਭੈਣਾਂ ਤੋਂ ਛੋਟਾ, ਉਹ ਕਹਿੰਦਾ ਮੈਂ ਪੜ੍ਹਨਾ ਨਹੀਂ ਦੀਦੀ। ਹਾਲਾਂਕਿ ਉਹਦੀ 2nd ਡਿਵੀਜ਼ਨ ਸੀ 9ਵੀਂ ਵਿੱਚ। ਫਿਰ ਉਹ ਕੰਮ ਸਿੱਖਣ ਲੱਗ ਗਿਆ ਡੈਂਟਿੰਗ ਬੈਂਡਿੰਗ ਦਾ। ਫਿਰ ਜਿਹੜਾ ਮੇਰਾ ਵਿਚਕਾਰਲਾ ਬ੍ਰਦਰ ਹੈ, ਫਿਰ ਉਹ ਵੀ ਡੈਂਟਿੰਗ ਬੈਂਡਿੰਗ ਦਾ ਕੰਮ ਕਰਨ ਲੱਗਿਆ। ਫਿਰ ਇਹ ਤਾਂ ਛੋਟਾ ਸੀ, ਇਹਨੇ 10ਵੀਂ ਕਰ ਲਈ। ਫਿਰ 19 ਦੀ ਮਾਰਕੀਟ ਚ ਲੱਗ ਗਏ। ਫਿਰ ਉਸ ਤੋਂ ਬਾਅਦ ਮੇਰੀ ਲਾਈਨ ਚੇਂਜ ਹੋ ਗਈ। ਮੇਰੇ ਦਾਦ ਗੁਰੂ, ਮੇਰੇ ਗੁਰੂ ਜੀ ਅੰਬੈਸੀ ਵੀ ਗਏ। ਅਸੀਂ 3-4 ਵਾਰੀ ਅੰਬੈਸੀ ਗਏ, ਉੱਥੇ ਪਤਾ ਕੀਤਾ। ਸਰ ਨੇ ਕਿਹਾ ਵੀ ਇਹ ਵਿਚਾਰੇ ਬੱਚੇ ਬਿਨਾਂ ਬਾਪ ਤੋਂ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਜਿੰਦਾ ਕਿ ਮਰ ਗਿਆ। ਵੀ ਇੰਨਾ ਪਤਾ ਸੀ ਵੀ ਲਿਬਨਾਨ ਹੈ। ਉਹ ਚਿੱਠੀ ਆਪਾਂ ਨੇ ਜਿਹੜੀ ਆਈ ਸੀ ਉਹ ਸੰਭਾਲੀ ਹੋਈ ਸੀ। ਉਹਨਾਂ ਨੇ ਵੀ ਕੋਸ਼ਿਸ਼ ਬਹੁਤ ਕੀਤੀ। ਫਿਰ ਮੇਰੇ ਡੈਡੀ ਆਏ 35 ਸਾਲ ਬਾਅਦ। ਪੂਰੀ ਕਲੋਨੀ ਸਾਡੀ ਇਕੱਠੀ ਹੋ ਗਈ ਸੀ 29 ਦੀ। ਉਹ ਵੀ ਆਪਣਾ ਘਰ ਭੁੱਲ ਗਏ ਸੀ, ਆਪਣੀ ਜਨਾਨੀ ਵੀ ਭੁੱਲ ਗਏ ਸੀਗੇ। ਆਪਣੀ ਜਨਾਨੀ ਦਾ ਮੂੰਹ ਦੇਖਿਆ ਬੰਦਾ ਭੁੱਲ ਗਿਆ ਜਿਹਦੇ ਨਾਲ ਵਿਆਹ ਕਰਾਇਆ। ਅੱਗੇ ਚਲੇ ਗਏ ਸੀ ਉਹ ਕਿਧਰੇ ਹੋਰ, ਇੱਕ ਜਨਾਨੀ ਸਾਨੂੰ ਜੋਫੀਆਂ ਪਾ ਰਹੇ ਸੀ ਵੀ ਮੇਰੀ ਜਨਾਨੀ ਹੈ ਸ਼ਾਇਦ, ਜਦ ਕਿ ਮੇਰੇ ਮੰਮੀ ਤਾਂ ਕੰਮ ਤੇ ਸੀ। ਫਿਰ ਮੇਰੇ ਮੰਮੀ ਨੂੰ ਬੁਲਾਇਆ ਤੇ ਫਿਰ ਜਦ ਦੱਸਿਆ, ਫਿਰ ਉਹ ਇੱਕਦਮ ਕੰਬ ਗਈ। ਤੇ ਉਸ ਟਾਈਮ ਮੈਂ ਘਰ ਨਹੀਂ ਸੀ। ਮੈਂ ਆਈ ਤੇ ਮੈਂ ਦੇਖਾਂ, ਮੈਂ ਕਿਹਾ ਸਾਡੇ ਘਰ ਪੜਦੇ ਕਿਵੇਂ ਲੱਗੇ ਹੋਏ ਆ ਬਈ, ਅਸੀਂ ਤਾਂ ਪੜ੍ਹ ਜਾਂਦੀ ਔਕਾਤ ਵੀ ਨਹੀਂ ਰੱਖਦੇ। ਤੇ ਮੇਰੀ ਸਿਸਟਰ ਕਹਿੰਦੀ ਡੈਡੀ ਆ ਗਏ। ਫਿਰ ਮੇਰੀ ਮੰਮੀ ਨੇ ਮੈਨੂੰ ਬੁਲਾਇਆ ਰਾਤ ਨੂੰ, ਕਹਿੰਦੀ ਕੁਛ ਨਹੀਂ ਲਿਆ ਵੀ ਅੰਬੈਸੀ ਵਾਲਿਆਂ ਨੇ ਕਹਿੰਦੇ ਮੈਨੂੰ ਉੱਤੇ ਚੁੱਕ ਕੇ ਭੇਜਦਾ। ਮੈਂ ਕਿਹਾ ਚੱਲ ਕੋਈ ਨਾ। ਫਿਰ ਮੈਂ ਵਿਆਹ ਕਰਾਉਣ ਦੇ ਬਾਰੇ ਤਾਂ ਸੋਚ ਹੀ ਨਹੀਂ ਸਕਦੀ। ਸੋਚ ਸਕਦੀ ਹਾਂ ਜਦੋਂ ਮੇਰਾ ਫਾਦਰ ਹੀ ਕੁਛ ਨਹੀਂ ਲਿਆਇਆ। ਫਿਰ ਇਹਨਾਂ ਨੂੰ ਇਹ ਵੀ ਵਿਆਹਣ ਵਾਲੀ, ਸਾਰੇ ਜਵਾਨ ਸੀ ਬੱਚੇ। ਡੈਡੀ ਕਹਿੰਦੇ ਮੈਂ ਵਿਆਹ ਕਰਨਾ ਤੇਰਾ। ਮੈਂ ਕਿਹਾ ਕਰ ਦੋ। ਰਿਸ਼ਤਾ ਆਇਆ, ਤੁਸੀਂ ਕੀ ਕੰਮ ਕਰਦੇ ਹੋ? ਮੈਂ ਕਿਹਾ ਮੇਰੀ ਭਾਸ਼ਾ 'ਚ ਤਾਂ ਸੌਂਗ ਐਂਡ ਅੰਡਾਮਾਨ ਡਿਵੀਜ਼ਨ, ਤੇ ਤੁਹਾਡੀ ਭਾਸ਼ਾ 'ਚ ਕੰਜਰਖਾਨਾ। ਚਨਾ ਗਾਣਾ ਮੈਂ ਪਹਿਲੇ ਦੱਸੋ ਅਗਲੇ ਨੂੰ, ਜੇ ਮਨਜ਼ੂਰ ਹੈ ਤਾਂ ਠੀਕ ਹੈ। ਮੈਂ ਡਾਂਸ ਵੀ ਕਰਨਾ, ਮੈਂ ਲੋਕਾਂ ਵਿੱਚ ਵੀ ਖੜੇ ਹੋਣਾ, ਮੇਲਿਆਂ 'ਚ ਵੀ ਜਾਂਦੀ ਸੀ ਮੈਂ। ਤੇ ਕਹਿੰਦੇ
ਕੋਈ ਗੱਲ ਨਹੀਂ, ਵਧੀਆ ਗੱਲ ਹੈ, ਤੁਸੀਂ ਮੰਨ ਗਏ। ਮੈਂ ਕਿਹਾ, ਕਹਿੰਦੇ ਕਿੰਨਾ ਕੁ ਪੈਸਾ ਕਮਾ ਲੈਂਦੇ ਹੋ? ਪੈਸੇ ਮੈਂ ਆਪਣੇ ਗੁਜ਼ਾਰੇ ਲਾਇਕ ਕਮਾ ਲੈਂਦੀ ਹਾਂ। 30-35 ਹਜ਼ਾਰ ਉਸ ਟਾਈਮ ਮੈਂ ਕਮਾ ਲੈਂਦੀ, 40 ਤੇ ਵੀ ਪਹੁੰਚ ਜਾਂਦੀ ਸੀ। ਮਹੀਨੇ 'ਚ 30 ਦਿਨ 32 ਦਿਨ ਮੈਂ ਬਾਹਰ ਹੀ ਰਹਿੰਦੀ ਹਾਂ। ਕੱਲ ਨੂੰ ਤੁਸੀਂ ਕਹੋ ਵੀ ਤੂੰ ਤਾਂ ਬਾਹਰ ਹੀ ਰਹਿੰਦੀ ਹੈ, ਘਰ ਦਾ ਕੰਮ ਨਹੀਂ ਕਰਦੀ, ਵੀ ਤੁਸੀਂ ਬਾਹਰ ਰਹੀ ਹੋ, ਪੈਸੇ ਤਾਂ ਘਰ ਹੀ ਲਿਆਓਗੇ। ਉਹ ਕੁੜੀ ਕਹਿੰਦੀ ਉਹਦੀ ਸਿਸਟਰ, ਜੇ ਮੈਂ ਕੰਜਰਖਾਨਾ ਕਰਕੇ ਵੀ ਪੈਸੇ ਤੁਹਾਨੂੰ ਦੇਣੇ, ਮੈਂ ਇਹਨਾਂ ਨੂੰ ਨਾ ਖਵਾਵਾਂਗੀ, ਇਹਨਾਂ ਦੀ ਜ਼ਿੰਦਗੀ ਬਣੇਗੀ। ਖੜੀ ਹੋ ਗਈ। ਮੈਂ ਕਿਹਾ ਮੈਂ ਨਹੀਂ ਕਰਨਾ। ਮੇਰੇ ਫਾਦਰ ਫਿਰ ਮੇਰੇ ਨਾਲ ਲੜੇ, ਕਹਿੰਦੇ ਤੂੰ ਬੋਲਦੀ ਐ। ਮੈਂ ਕਿਹਾ ਗੱਲ ਸੁਣੋ ਬਾਊ ਜੀ, ਬੱਚੇ ਮੈਂ ਪਾਲੇ ਆ, 7 ਬੱਚੇ ਪੈਦਾ ਕਰਤੇ, ਉਸ ਤੋਂ ਬਾਅਦ ਤੁਸੀਂ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ, ਤੁਸੀਂ ਵਾਪਸ ਆ ਜਾਂਦੇ। ਹੁਣ ਵੀ ਤਾਂ ਖਾਲੀ ਆਏ ਹੋ। ਜਦ ਤੁਸੀਂ ਬੱਚੇ ਨੂੰ ਛੱਡ ਕੇ ਗਏ ਸੀ 3 ਮਹੀਨੇ ਦਾ ਸੀ ਛੋਟਾ, ਹੁਣ ਉਹ ਵੱਡੇ ਹੋ ਗਏ ਆ, ਉਹਨਾਂ ਨੂੰ ਵਿਆਹ ਨਾ ਕਿ ਮੈਂ ਆਪਣਾ ਵਿਆਹ ਕਰਾਵਾਂ। ਮੈਂ ਕਰਾ ਲਾਂਗੀ, ਤੁਸੀਂ ਮੈਨੂੰ ਵਧੀਆ ਰਿਸ਼ਤਾ ਲਿਆਓਗੇ ਤਾਂ ਮੈਂ ਕਰ ਲਾਂਗੀ। ਮੈਂ ਵੀ ਕੰਮ ਕਰਕੇ ਥੱਕ ਗਈ ਆ, ਰਾਤ ਨੂੰ 12 ਵਜੇ ਸੋਣਾ। ਮੈਂ ਕਿਹਾ ਮੈਨੂੰ ਇਦਾਂ ਦਾ ਚਾਹੀਦਾ ਜਿਹੜਾ ਮੈਨੂੰ ਵੀ ਆਰਾਮ ਦੇਵੇ। ਮੇਰੇ ਫਾਦਰ ਚੁੱਪ ਹੋ ਗਏ। ਫਿਰ ਛੋਟੀ ਵਾਲੀ ਦਾ ਰਿਸ਼ਤਾ ਦੇਖ ਕੇ ਆਏ, ਉਹਦਾ ਵਿਆਹ ਕੀਤਾ। ਫਿਰ ਇਹਦੇ ਫਾਦਰ ਦਾ ਵਿਆਹ ਕੀਤਾ, ਬਾਕੀਆਂ ਦੇ ਵਿਆਹ ਕਰਨੇ ਸੀ। ਫਿਰ ਮੇਰੇ ਫਾਦਰ ਹੀ ਆਪ ਪੂਰੇ ਹੋ ਗਏ। ਬੂਆ ਦੇ ਮੁੰਡੇ ਦਾ ਵਿਆਹ ਸੀ, ਉੱਥੇ ਗਏ ਸੀਗੇ, ਉੱਥੇ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ। ਫਿਰ ਇੱਥੇ ਸੰਸਕਾਰ ਕੀਤਾ। ਫਿਰ ਅਸੀਂ ਇੱਕ ਕੁੜੀ ਦਾ ਵਿਆਹ ਫੇਰ ਕੀਤਾ। ਬ੍ਰਦਰ ਦਾ ਵਿਆਹ ਰੱਖਿਆ ਸੀ ਤਾਂ ਮੇਰੇ ਮਦਰ ਬਿਮਾਰ ਹੋ ਗਏ, ਤਾਂ ਮੇਰੀ ਛੋਟੀ ਸਿਸਟਰ ਆਈ ਤੇ ਮੇਰੇ ਮੰਮੀ ਚੁੱਪ ਹੋ ਗਏ। 16 ਚ ਲੈ ਗਏ, 16 ਚੋਂ ਠੀਕ ਹੋ ਗਏ। ਘਰ ਲਿਆਂਦਾ ਤੇ ਮੇਰੀ ਮੰਮੀ ਮੇਰੇ ਮਾਮਾ ਜੀ ਨੂੰ ਮਿਲੀ, ਉਸ ਤੋਂ ਬਾਅਦ ਉਹ ਕੋਮਾ ਚ ਚਲੇ ਗਏ। 24 ਦਿਨ ਰਹੇ ਉਹ ਹਸਪੀਟਲ। ਉਹਨਾਂ ਨੇ ਕਿਹਾ ਵੀ ਤੁਸੀਂ ਘਰ ਲੈ ਜਾਓ, ਜਵਾਬ ਦੇ ਦਿੱਤਾ। ਪਹਿਲਾਂ ਛੋਟੀ ਦੀਵਾਲੀ ਹੁੰਦੀ ਹੈ ਨਾ, ਉਸ ਤੋਂ ਪਹਿਲਾਂ ਪੂਰੇ ਹੋ ਗਏ ਉਹ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ 12ਵੀਂ ਕੀਤੀ। ਕਹਿੰਦੇ ਜੋ ਸਾਏ ਬੰਨੇ ਹੁਣ ਤਾਂ ਕਰਨਾ ਪੈਂਦਾ। ਫਿਰ ਉਸ ਤੋਂ ਬਾਅਦ ਬ੍ਰਦਰ ਦਾ ਵਿਆਹ ਕੀਤਾ, ਉਹ ਤਾਂ ਕਰਨਾ ਹੀ ਪੈਣਾ ਸੀ। ਮੇਰੀ ਸਿਸਟਰ ਸੀਗੀ ਸਭ ਤੋਂ ਛੋਟੀ, ਉਹਦਾ ਵਿਆਹ ਕੀਤਾ ਸੀ। ਫਿਰ ਜਿਹੜੀ ਪੱਲਾ ਫੜਾਈ ਹੁੰਦੀ ਹੈ, ਮਾਂ-ਬਾਪ ਕਰਦੇ ਆ ਜਾਂ ਭਰਾ ਕਰਦੇ ਆ, ਫਿਰ ਮੈਂ ਕੀਤਾ। ਫਿਰ ਬ੍ਰਦਰ ਦਾ ਕੀਤਾ। ਵੀ ਵੋਟੀਆਂ ਦਾ ਦਾਜ ਨਹੀਂ ਚਾਹੀਦਾ, ਵੋਟੀਆਂ ਮੈਨੂੰ ਏਦਾਂ ਦੀਆਂ ਚਾਹੀਦੀਆਂ ਕਿ ਮੈਨੂੰ ਜਵਾਬ ਨਾ ਦੇਣ। ਹੋ ਸਕਦਾ ਕਦੀ ਮੈਂ ਵੀ ਗਲਤ ਝਿੜਕ ਦਵਾਂ, ਪਰ ਬਰਦਾਸ਼ਤ ਕਰਨਾ। ਨੋਹਾਂ ਬਣਾ ਕੇ ਲਿਆਂਦੀਆਂ ਜੀ ਭਾਬੀਆਂ, ਮੈਂ ਮੰਨਦੀ ਨਹੀਂ ਨਾ ਉਹ ਮੈਨੂੰ ਮੰਨਦੀਆਂ। ਜਿਹੜਾ ਰਿਸ਼ਤਾ ਹੈ ਨਾ ਉਹ ਸੱਸ ਦੀ ਜਗ੍ਹਾ ਤੇ ਹੀ ਰੱਖਦੀਆਂ। ਵਰਤ ਆਂਦੇ ਸਾਰੇ ਮੈਨੂੰ ਹੀ ਦਿੰਦੇ ਆ ਮੰਸ ਕੇ। ਮੁੰਡਾ ਜਦੋਂ ਹੁੰਦਾ ਨਾ ਉਹਦੇ ਸੂਤੜੇ ਪੈਂਦੇ ਤਾਂ ਉਹ ਮਤਲਬ ਛੋਟੇ ਹੋਣ ਤੇ ਹੀ ਆ। ਫਿਰ ਨਹੀਂ ਪਾਏ ਉਹਨਾਂ ਨੇ, ਫਿਰ ਵਿਆਹ 'ਚ ਪਾਣੇ ਪਏ ਸਾਨੂੰ। ਉਹ ਸੂਤ ਜਿਹੜਾ ਹੁੰਦਾ ਉਹ ਮਾਂ ਦੇ ਗਲੇ 'ਚ ਪੈਂਦਾ, ਤੇ ਉਹ ਵੀ ਆਸ਼ਾ ਦੇ ਗਲੇ 'ਚ ਹੀ ਪਿਆ। ਘੋੜੀ ਚੜਾਈ, ਜਿਹੜੀਆਂ ਰਸਮਾਂ ਸਾਰੀਆਂ ਮੈਂ ਖੁਦ ਕਰਵਾਈਆਂ। ਪਾਣੀ ਵਾਰਨ ਦੀ ਵਾਰੀ ਆਈ, ਜਦੋਂ ਵੋਟੀ ਆਈ ਉਹ ਵੀ ਫਿਰ ਮੈਨੂੰ ਹੀ ਵਾਰ ਕੇ ਪੀਣਾ ਪਿਆ। ਥੋੜਾ ਮਨ ਤਾਂ ਦੁਖੀ ਹੁੰਦਾ ਵੀ ਮੈਂ ਪਤਾ ਨਹੀਂ ਇਹਨਾਂ ਦਾ ਕਿੰਨਾ ਕੁ ਕਰਜ਼ਾ ਦੇਣਾ ਹੈ, ਵੀ ਜਿਹੜਾ ਸਭ ਕੁਝ ਮੈਨੂੰ ਹੀ ਕਰਨਾ ਪੈ ਰਿਹਾ, ਜਦ ਕਿ ਮਾਂ-ਬਾਪ ਨੂੰ ਕਰਨਾ ਚਾਹੀਦਾ। ਤੁਹਾਡੇ ਜੀਜੇ ਲੱਗਦੇ ਹਨਾ, ਪਰ ਤੁਸੀਂ ਉਹਨਾਂ ਨੂੰ ਜਵਾਈ ਮੰਨਦੇ। ਉਹ ਮੇਰੇ ਜੀਜੇ ਨਹੀਂ, ਉਹ ਮੇਰੇ ਜਵਾਈ ਹੈ। ਉਹ ਵੀ ਮੈਨੂੰ ਆਪਣਾ ਸੋਹਰਾ ਸਾਹਿਬ ਜਾਂ ਸੱਸ ਸਾਹਿਬ ਹੀ ਮੰਨਦੇ ਆ। ਬੈਠੇ ਹੁੰਦੇ ਤੇ ਕਹਿੰਦੇ ਸਾਡਾ ਸੋਹਰਾ ਹੈ, ਕੋਈ ਵੀ ਡਿਮਾਂਡ ਹੋਏ ਅਸੀਂ ਪੂਰੀ ਕਰ ਦਿੰਦਾ ਸਾਡਾ। ਤੇ ਜਦੋਂ ਜਾਈਦਾ ਤੇ ਅਗਲੇ ਮੇਰੀ ਇੱਜ਼ਤ ਵੀ ਕਰਦੇ ਆ। ਜਿਹੜੇ ਸਾਡੇ ਕੁੜਮ ਆ ਉਹ ਵੀ ਵਧੀਆ, ਉਹ ਤਾਂ ਏਦਾਂ ਹੀ ਸੋਚਦੇ ਆ ਵੀ ਇਹ ਸਾਡੀ ਕੁੜਮ ਨਹੀਂ ਹੈ। ਮੇਰੀ ਭੈਣ ਦੇ ਸੋਹਰੇ ਕਹਿੰਦੇ ਅਸੀਂ ਤੈਨੂੰ ਔਰਤ ਨਹੀਂ ਮੰਨਦੇ, ਵੀ ਮਰਦ ਹੀ ਮੰਨਦੇ ਆ ਅਸੀਂ, ਵੀ ਤੂੰ ਸਾਰਾ ਕੰਮ ਆਪ ਕਰਦੀ ਆ। ਲੋਕੀ ਕਹਿੰਦੇ ਵਿਆਹ ਕਰਾ ਲੈ, ਵਿਆਹ ਕਰਾ ਲੈ। ਵਿਆਹ ਕੀ ਕਰਾਵਾਂ? ਜਿਹੜੇ ਵਿਆਹ ਤੋਂ ਬਾਅਦ ਕੰਮ ਕਰਨੇ ਉਹ ਤਾਂ ਮੈਂ ਕਰ ਰਹੀ ਹਾਂ ਨਾ। ਭੈਣਾਂ ਨੂੰ ਵਿਆਹਿਆ, ਉਹਨਾਂ ਦੇ ਪੱਲੇ ਫੜਾਣੇ, ਕੱਲ ਨੂੰ ਜਵਾਈ ਆਏ ਉਹਨਾਂ ਨੂੰ ਦੇਖਣਾ, ਕਿਵੇਂ ਬਿਠਾਣਾ, ਕਿੱਥੇ ਬਿਠਾਣਾ, ਉਹ ਸਾਰਾ ਮੇਰੀ ਰਿਸਪੌਂਸਿਬਿਲਟੀ ਹੈ ਨਾ। ਮੇਰੇ ਮੁੰਡਿਆਂ ਨੂੰ ਹਾਲੇ ਤੱਕ ਨਹੀਂ ਪਤਾ, ਮੇਰੇ ਮੁੰਡੇ ਮਤਲਬ ਕਿ ਮੇਰੇ ਬ੍ਰਦਰ, ਉਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਕੌਣ ਆ ਰਿਹਾ, ਉਹਨੂੰ ਕੀ ਦੇਣਾ। ਮੈਂ ਇਹਨਾਂ ਨੂੰ ਕਹਿੰਦੀ ਆ ਤੁਸੀਂ ਵੋਟੇ ਨੂੰ ਦੇਖ ਲਓ ਬਈ, ਕੱਲ ਨੂੰ ਜੇ ਮੈਂ ਨਹੀਂ ਰਹੂੰਗੀ ਫਿਰ ਤੁਹਾਨੂੰ ਹੀ ਕਰਨਾ ਪੈਣਾ ਹੈ ਸਭ ਕੁਝ। ਕਿਸੇ ਮੰਦਿਰ ਗੁਰਦੁਆਰੇ 'ਚ ਚਾਹਾਂ, ਮੈਨੂੰ ਕੁਝ ਨਹੀਂ ਚਾਹੀਦਾ, ਬਸ ਮੈਨੂੰ ਮੁਕਤੀ ਚਾਹੀਦੀ ਹੈ। ਮੁਕਤੀ ਤਾਂ ਦਊਗਾ, ਹੋਰ ਨਹੀਂ ਉਹਨੇ ਮੈਨੂੰ ਕੁਝ ਦਿੱਤਾ ਤਾਂ। ਮਤਲਬ ਇੰਨੇ ਸਾਲਾਂ 'ਚ ਮਤਲਬ ਮੈਂ ਪਹਿਲੀ ਵਾਰੀ ਜਾਂ ਮੇਰੀ ਬੂਆ ਨੇ ਪਹਿਲੀ ਵਾਰੀ ਦੇਖਿਆ ਸੀ ਮੇਰੇ ਮੰਮੀ ਪਾਪਾ ਨੇ ਇਕੱਠੇ ਰੋਟੀ ਖਾਈ। ਉਹਨਾਂ ਨੂੰ ਮਤਲਬ ਮੰਮੀ ਨੂੰ ਕਿਹਾ ਕਿ ਮੇਰੇ ਗੈਸ ਹੋ ਰਹੀ ਹੈ, ਮੈਨੂੰ ਲੱਗ ਰਿਹਾ, ਮਤਲਬ ਮੈਂ ਦਵਾਈ ਖਾ ਕੇ ਸੋ ਗਏ। ਫਿਰ ਇੱਕਦਮ ਰਾਤ ਨੂੰ ਮਤਲਬ ਉੱਠੇ, ਫਰੈਸ਼ ਹੋਣ ਗਏ ਆ, ਵਾਸ਼ਰੂਮ 'ਚੋਂ ਬਾਹਰ ਨਿਕਲੇ, ਜਿੱਦਾਂ ਹੀ ਹੱਥ ਧੋਣ ਲੱਗੇ ਉੱਦਾਂ ਹੀ ਡਿੱਗ ਗਏ। 5 ਮਿੰਟ ਦੇ ਅੰਦਰ ਹਸਪੀਟਲ ਲੈ ਗਏ ਸੀ। ਫਿਰ ਉੱਥੇ ਜਾ ਕੇ ਮਤਲਬ ਉਹਨਾਂ ਨੇ ਕਹਿਤਾ ਕਿ ਇਹ ਹੈ ਨਹੀਂ ਹੈ। ਮੇਰੀ ਨਾਨੀ ਉਹਦੇ ਮਤਲਬ ਕਹਿੰਦੇ ਸੀ ਕਿ ਅਸੀਂ ਆਪਣੀ ਕੁੜੀ ਦਾ ਵਿਆਹ ਕਰਨਾ ਹੈ, ਮਤਲਬ ਇੱਦਾਂ ਹੈ ਇਹ ਉਹ। ਮੇਰੀ ਬੂਆ ਨੇ ਮੇਰੀ ਮੰਮੀ ਨੂੰ ਵੀ ਕਿਹਾ ਕਿ ਜੇ ਤੂੰ ਵਿਆਹ ਕਰਾਣਾ ਕਰਾ ਲਾ, ਮਤਲਬ ਅਸੀਂ ਮਤਲਬ ਕੁੜੀ ਸਾਂਭ ਲਾਂਗੇ। ਪਰ ਮੇਰੀ ਮੰਮੀ ਨੇ ਨਹੀਂ ਕਰਾਇਆ। ਮੇਰੀ ਮੰਮੀ ਕਹਿੰਦੀ ਨਹੀਂ, ਮੈਂ ਮਤਲਬ ਇਹਨੂੰ ਹੀ ਸਾਂਭਣਾ। ਤੁਸੀਂ ਆਪਣੀ ਭਰਜਾਈ ਨੂੰ ਇਹ ਪੁੱਛਦੇ ਹੋ ਵੀ ਜੇ ਤੈਨੂੰ ਵਧੀਆ ਘਰ-ਬਾਰ ਮਿਲਦਾ ਤੇ ਤੁਸੀਂ ਵਿਆਹ ਕਰਾ ਲਓ, ਹਨਾ? ਮੇਰੇ ਮੁੰਡੇ ਤੋਂ ਜ਼ਿਆਦਾ ਵਧੀਆ ਮਿਲਦਾ। ਉਹ ਕਹਿੰਦੀ ਮੈਂ ਨਹੀਂ ਕਰਾਉਣਾ, ਉਹ ਪਹਿਲਾਂ ਵੀ ਕਹਿੰਦੀ ਸੀ ਮੈਂ ਨਹੀਂ ਕਰਾਉਣਾ। ਹਨਾ ਭੈਣ ਭਰਾਵਾਂ ਨੂੰ ਪਾਲਿਆ ਹੈ ਨਾ, ਇੱਕ ਮਾਂ ਬਣ ਕੇ। ਬ੍ਰਦਰ ਦੀ ਡੈਥ ਹੋ ਜਾਂਦੀ, ਫਿਰ ਇਹਨਾਂ ਦੇ ਫਾਦਰ ਸਾਹਿਬ ਦੀ ਜਗ੍ਹਾ ਤੁਸੀਂ ਉਹਨਾਂ ਦੇ ਪਿਤਾ ਬਣ ਕੇ ਉਹਨਾਂ ਦਾ ਸਾਥ ਦਿੱਤਾ। ਬਿਲਕੁਲ, ਇਹ ਗੱਲ ਨਾ ਪੁੱਛੋ। ਮੇਰੇ ਮਦਰ ਗਏ ਮੈਨੂੰ ਨਹੀਂ ਦੁੱਖ ਲੱਗਿਆ, ਮੇਰੇ ਫਾਦਰ ਗਏ ਮੈਨੂੰ ਨਹੀਂ ਦੁੱਖ ਲੱਗਿਆ, ਪਰ ਜਦ ਮੇਰਾ ਬ੍ਰਦਰ ਗਿਆ ਫਿਰ ਮੈਨੂੰ ਦੁੱਖ ਲੱਗਿਆ ਕਿ ਉਹਦੀ ਉਮਰ ਨਹੀਂ ਸੀ ਹਲੇ ਕੁਝ ਵੀ, 40 ਸਾਲ ਦਾ ਸੀ ਸਾਰਾ। ਉਹ ਸਾਰਾ ਜ਼ਿੰਦਗੀ ਤੋਂ ਵੱਡਾ ਧੱਕਾ ਸੀਗਾ। ਜਿਸ ਟਾਈਮ ਮੈਂ ਲੱਕੜੀਆਂ 'ਚ ਵੀ ਜਾਵਾਂਗੀ ਤਾਂ ਵੀ ਨਹੀਂ ਭੁੱਲਾਂਗੀ। ਸੋਚਦੀ ਸੀ ਮੈਂ ਕਿਹਾ ਮੈਂ ਸੰਨਿਆਸ ਲੈ ਲੈਣਾ ਹੁਣ ਵੀ। ਫਿਰ ਮੈਨੂੰ ਰੱਬ ਨੇ ਪਤਾ ਨਹੀਂ ਕਿਉਂ ਹੋਰ ਡਿਊਟੀ ਲਗਾਤੀ ਇਹਨਾਂ ਦੀ। ਕਾਫੀ ਚੀਜ਼ਾਂ ਫੇਸ ਕਰਨ ਤੋਂ ਬਾਅਦ ਵੀ ਮੈਨੂੰ ਮਤਲਬ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਮਤਲਬ ਜੋ ਵੀ ਇੱਕ ਬੱਚੇ ਦੀ ਨੀਡ ਹੁੰਦੀ ਹੈ ਉਹ ਹਲੇ ਤੱਕ ਵੀ ਪੂਰੀ ਕਰਦੇ ਆ। ਇੰਨਾ ਮੇਰੇ ਪਾਪਾ ਨੇ ਵੀ ਨਹੀਂ ਕੀਤਾ ਹੋਣਾ ਕਿ ਮਤਲਬ ਜਿੰਨਾ ਮੇਰੀ ਬੂਆ ਨੇ ਕੀਤਾ ਕਿ ਹਾਂ ਮਤਲਬ ਮੂੰਹ ਤੋਂ ਬਾਅਦ ਚੋਂ ਕੱਟੋ ਤੇ ਚੀਜ਼ ਪਹਿਲਾਂ ਮਿਲ ਜਾਂਦੀ ਹੈ। ਤਾਂ ਮੇਰਾ ਸਭ ਤੋਂ ਜ਼ਿਆਦਾ ਕਰਦੇ ਆ ਮਤਲਬ ਨਿਆਣਿਆਂ 'ਚੋਂ। ਤਾਂ ਇਹਨਾਂ ਨੇ ਤੁਹਾਡੇ ਫਾਦਰ ਸਾਹਿਬ ਨੂੰ ਬੱਚਿਆਂ ਦੀ ਤਰ੍ਹਾਂ ਟਰੀਟ ਕਰਦੇ, ਤੁਸੀਂ ਵੀ ਇਹਨਾਂ ਨੂੰ ਦਾਦੀ ਵਾਂਗ ਮੰਨਦੇ ਹੋ? ਨਹੀਂ, ਮੇਰੀ ਤਾਂ ਮੰਮੀ ਹੈ, ਦਾਦੀ ਵੀ ਨਹੀਂ ਹੈ, ਬੂਆ ਵੀ ਨਹੀਂ ਹੈ, ਮੰਮੀ ਹੈ। ਨਹੀਂ, ਮੈਂ ਘਰ ਦਾ ਕੰਮ ਨਹੀਂ ਕਰਦੀ। ਤੇ ਮੇਰਾ ਮੂਡ ਹੋਵੇ ਤਾਂ ਮੈਂ ਸਵੇਰੇ ਨਹਾਉਣ ਲੱਗੇ ਧੋ ਲਵਾਂ ਤੇ
ਉਹ ਮੇਰੀ ਮਰਜ਼ੀ ਹੈ, ਪਰ ਮੈਨੂੰ ਕੰਮ ਮੈਂ ਕੋਈ ਨਹੀਂ ਕਰਦੀ। ਰੋਟੀ ਤਾਂ ਮੈਨੂੰ ਸਦੀਆਂ ਹੋ ਗਿਆ ਨਹੀਂ ਬਣਾਈ, ਬਚਪਨ ਤੋਂ ਹੀ ਮੇਰੇ ਫਾਦਰ ਚਲੇ ਗਏ ਤੇ ਇਹ ਸੋਚਣ ਦਾ ਕਦੋਂ ਮੌਕਾ ਲੱਗੇਗਾ ਕਿ ਮੈਂ ਵਿਆਹ ਕਰਾਣਾ, ਉਹ ਤਾਂ ਮੌਕਾ ਹੀ ਨਹੀਂ ਸੀ। ਨਾ ਮੈਂ ਸੋਚਿਆ 6 ਪਾਲਣੇ ਸੀਗੇ, ਇਹ ਵੀ ਬੱਚੇ ਹੀ ਸੀਗੇ ਤੇ ਮੇਰੇ ਦਿਮਾਗ 'ਚ ਕਦੀ ਨਹੀਂ ਆਇਆ ਕਿ ਮੇਰਾ ਵਿਆਹ ਨਹੀਂ ਹੋਇਆ ਜਾਂ ਮੇਰੀ ਫੈਮਿਲੀ ਏਦਾਂ ਨਹੀਂ ਹੋਈ। तो ਆਸ਼ਾ ਨੇ ਆਪਣੀ ਜ਼ਿੰਦਗੀ 'ਚੋਂ ਪੰਨਾ ਫਾੜਤਾ ਹੋਇਆ ਸੀ। ਮੈਂ ਵਿਆਹ ਕਰਾਂਦੀ ਫਿਰ ਇਹ ਤਾਂ ਬਿਲਕੁਲ ਹੀ ਚਲੇ ਜਾਂਦੀ। ਕਹਿੰਦੇ ਮੁਰਗੀ ਜਿਹੜੀ ਹੈ ਨਾ ਚੂਚਿਆਂ ਨੂੰ ਪਰ ਥੱਲੇ ਰੱਖਦੀ, ਉਹ ਪਰ ਥੱਲੇ ਰੱਖਣ ਲਈ ਤਾਂ ਕਿਸੇ ਨੂੰ ਤਾਂ ਕੁਰਬਾਨੀ ਕਰਨੀ ਪੈਣੀ ਸੀ ਨਾ। ਮੇਰੇ ਬ੍ਰਦਰ ਬਹੁਤ ਅੱਛਾ ਹੈ, ਜੇ ਮੈਂ ਰਾਤ ਨੂੰ ਚੂੰ ਵੀ ਕਰਦਾ ਤਾਂ ਵੀ ਇਕੱਠੇ ਹੋ ਜਾਂਦੇ ਸਾਰੇ ਜਾਣੇ। ਪਰ ਜੇ ਕਦੀ ਇਹ ਮੌਕਾ ਆਇਆ ਮੈਨੂੰ ਨਹੀਂ ਪੁੱਛਣਗੇ ਤੇ ਅੱਜ ਵੀ ਆਸ਼ਾ ਇੰਨੀ ਹਿੰਮਤ ਰੱਖਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਆਪ ਬਹੁਤ ਵਧੀਆ ਤਰੀਕੇ ਨਾਲ ਬਿਤਾ ਸਕਦੀ ਹਾਂ। ਫਿਰ ਜਿਹੜੀ ਇੱਕ ਜ਼ਿੰਦਗੀ ਹੈ ਨਾ ਮੈਮ, ਜਦ ਤੁਸੀਂ ਕਿਸੇ ਨੂੰ ਰੋਬ ਨਾਲ ਹੀ ਜੀਣਾ ਸਿੱਖ ਲਿਆ ਨਾ, ਫਿਰ ਉਹ ਕਿਸੇ ਦੀ ਜੁੱਤੀ ਥੱਲੇ ਰਹਿ ਕੇ ਨਹੀਂ ਜੀ ਸਕਦਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਡੀ ਮੁਲਾਕਾਤ ਆਸ਼ਾ ਕੁਮਾਰੀ ਭੈਣ ਨਾਲ ਕਰਵਾਉਣ ਜਾ ਰਹੇ ਹਾਂ। ਇਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ। ਅੱਜ ਇਹਨਾਂ ਦੇ ਸੰਘਰਸ਼ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਮੈਮ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮੈਮ। ਮੈਂ ਤੁਹਾਡੇ ਅਦਬ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਮੇਰੇ ਤੱਕ ਆਏ ਔਰ ਮੇਰੇ ਦਿਲ ਦੀ ਆਵਾਜ਼ ਸੁਣੋਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਤੁਹਾਡਾ ਚੈਨਲ ਪਦੇ ਫੁੱਲੇ। ਮੈਂ ਪ੍ਰਮਾਤਮਾ ਅੱਗੇ ਹੀ ਦੁਆ ਕਰਦੀ। ਤੁਸੀਂ ਕਿੰਨੇ ਭੈਣ ਭਰਾ ਹੋ ਤੇ ਕਦੋਂ ਜ਼ਿੰਦਗੀ ਦਾ ਸੰਘਰਸ਼ ਜਿਹੜਾ ਉਹ ਸ਼ੁਰੂ ਹੋ ਜਾਂਦਾ? ਸੰਘਰਸ਼ ਤਾਂ ਮੈਮ ਸਾਡਾ ਬਚਪਨ ਤੋਂ ਹੀ ਹੋ ਗਿਆ, ਕਿਉਂਕਿ ਮੇਰੇ ਫਾਦਰ ਸਾਹਿਬ ਦੇ ਨਾਲ ਇੱਕ ਉਹਨਾਂ ਦੇ ਫਰੈਂਡ ਸੀਗੇ। ਉਹ ਅਸੀਂ 22 'ਚ ਰਹਿੰਦੇ ਸੀ ਉਸ ਟਾਈਮ। ਤਾਂ ਉਹ ਬਾਹਰ ਹੀ ਸੀਗਾ, ਉਹ ਗਰੀਸ ਸੀਗਾ ਬੰਦਾ। ਅੱਛਾ ਜੀ। ਤਰਲੋਕ ਸਿੰਘ ਉਹਦਾ ਨਾਮ ਸੀ ਤੇ ਉਹ ਬਾਹਰ ਸੀਗਾ ਤੇ ਮੇਰੇ ਫਾਦਰ ਨੇ ਹੀ ਉਹਨਾਂ ਦਾ ਵਿਆਹ ਕੀਤਾ ਸੀ। ਜਦੋਂ ਬਾਹਰੋਂ ਆਇਆ ਉਹ ਕਹਿੰਦਾ ਵੀ ਮੈਂ ਭਾਜੀ ਤੁਹਾਨੂੰ ਬਾਹਰ ਲੈ ਜਾਊਂਗਾ, ਪਰ ਕਿਸੇ ਦੇ ਮਨ 'ਚ ਕੋਈ ਨਹੀਂ ਵੜਿਆ ਹੁੰਦਾ ਹੈ ਨਾ। ਤੇ ਉਹ ਬਾਹਰ ਲੈ ਗਿਆ। ਉਹਨੇ ਪੜ੍ਹਿਆ ਲਿਖਾ ਇਨਸਾਨ ਨਹੀਂ ਹੈ, ਜ਼ਿਆਦਾ ਅਨਪੜ੍ਹ ਇਨਸਾਨ। ਉਹਨੂੰ ਕੀ ਪਤਾ, ਉਹਨੂੰ ਨਾ ਤੇ ਪਾਸਪੋਰਟ ਦਿੱਤਾ ਮੇਰੇ ਫਾਦਰ ਨੂੰ, ਨਾ ਹੀ ਪੈਸੇ ਦਿੱਤੇ। ਮਤਲਬ ਕਿ ਗਲਤ ਤਰੀਕੇ ਨਾਲ ਲੈ ਗਿਆ ਉਹ ਤੇ ਉਹ ਈਰਾਨ ਦੇ ਵਿੱਚ ਛੋੜ ਗਿਆ। ਫਿਰ ਉੱਥੇ ਮੇਰੇ ਫਾਦਰ ਨੇ ਸੰਘਰਸ਼ ਕੀਤਾ, ਬਹੁਤ ਕੀਤਾ। ਹੁਣ ਅਸੀਂ ਤਾਂ ਸੀਗੇ ਨਹੀਂ ਉੱਥੇ, ਸੰਘਰਸ਼ ਕੀਤਾ। ਫਿਰ ਉਹ ਈਰਾਨ 'ਚ ਚਲੇ ਗਏ। ਈਰਾਨ 'ਚ ਉਹਨਾਂ ਦਾ ਕੋਈ ਪਤਾ ਨਾ ਲੱਗੇ, ਕਦੀ ਹੋ ਗਿਆ ਸਾਲ 2 ਸਾਲ ਬਾਅਦ ਇੱਕ ਚਿੱਠੀ ਆ ਜਾਂਦੀ ਸੀ ਕਿ ਮੈਂ ਠੀਕ ਹਾਂ, ਤਾਂ ਸਾਨੂੰ ਰਹਿੰਦਾ ਸੀ ਵੀ ਠੀਕ ਹੈ। ਪਰ ਡੈਡੀ ਸਾਨੂੰ ਤਾਂ ਕੁਛ ਨਹੀਂ ਪੁੱਛ ਰਹੇ। ਤਾਂ ਉਸ ਟਾਈਮ ਅਸੀਂ ਵੀ ਸਾਰੇ ਛੋਟੇ ਛੋਟੇ ਸੀ, ਮੈਂ ਵੀ 6ਵੀਂ 'ਚ ਸੀ। ਤਾਂ ਬੱਚੇ ਛੋਟੇ ਹੀ ਸੀਗੇ। ਮਤਲਬ ਇਹ ਪਤਾ ਸੀ ਵੀ ਸਾਡੇ ਫਾਦਰ, ਮੇਰੀ ਬੀਜੀ ਕਹਿੰਦੀ ਡੈਡੀ ਬਾਹਰ ਜਾ ਰਹੇ ਆ ਤੇ ਵੀ ਆਪਾਂ ਵੀ ਬਾਹਰ ਹੀ ਚੱਲ ਜਾਣਾ। ਸੁਪਨੇ ਸਭ ਦੇ ਹੁੰਦੇ ਆ। ਡੈਡੀ ਮੇਰੇ ਫਿਰ ਈਰਾਨ 'ਚ ਉਹਨਾਂ ਛੋੜਤਾ। ਈਰਾਨ 'ਚ ਛੋੜਦਾ, ਉੱਥੇ ਮਿਹਨਤ ਕਰਦੇ ਰਹੇ, ਕੱਪੜੇ ਸੀਂਦੇ ਰਹੇ, ਆਪਣਾ ਗੁਜ਼ਾਰਾ ਕਰਦੇ ਰਹੇ। ਫਿਰ ਹਰ ਕੋਈ ਸੋਚਦਾ, ਪੰਛੀ ਪਰ ਮਾਰਦਾ ਕਿ ਮੈਂ ਵੀ ਜਾਵਾਂ, ਮੇਰੇ ਵੀ ਬੱਚੇ ਆ ਛੋਟੇ ਛੋਟੇ, ਜਾਂ ਮੈਂ ਅੱਗੇ ਵਧਾਂ। ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਚਲੋ ਆਪਾਂ ਇਰਾਕ ਚੱਲਦੇ। ਇਰਾਕ ਗਏ, ਇਰਾਕ ਵੀ ਲੜਾਈ, ਇਰਾਕ 'ਚ ਵੀ ਲੜਾਈ ਸੀਗੀ। ਉੱਥੇ ਵੀ ਉਹ ਸਕਸੈਸਫੁਲ ਨਹੀਂ ਹੋਏ, ਉੱਥੇ ਕੰਮ ਕਰਦੇ ਰਹੇ। ਫਿਰ ਚਲੇ ਗਏ ਉਹ ਲਿਬਨਾਨ 'ਚ। ਕਿਸਮਤ ਨਾਲ ਚੱਲਦੀ ਰਹੀ ਉਹਨਾਂ ਦੇ। ਤਾਂ ਉੱਥੇ ਵੀ ਲੜਾਈ ਸੀ ਲਿਬਨਾਨ ਦੀ ਤੇ ਇਸਰਾਈਲ ਦੀ। ਉਹਨਾਂ ਨੂੰ ਤਾਂ ਸ਼ਾਇਦ ਮੇਰੇ ਖਿਆਲ 40-45 ਸਾਲ ਹੋ ਗਿਆ ਲੜਦੇ ਹਾਲੇ ਵੀ ਲੜਾਈ ਹੈ ਉਹਨਾਂ ਦੀ। ਤਾਂ ਉੱਥੇ ਸੀਗੇ। ਫਿਰ ਨਾ ਮੇਰੇ ਫਾਦਰ ਦਾ ਸੰਦੇਸ਼ਾ ਆਇਆ ਵੀ ਮੈਂ ਕੱਪੜੇ ਭੇਜਿਆ ਬੱਚਿਆਂ ਦੇ ਤੇ ਪੈਸੇ ਭੇਜੇ, ਤੁਸੀਂ ਉੱਥੋਂ ਲੈ ਲਓ। ਫਿਰ ਅਸੀਂ ਦੋਨੋਂ ਮਾਵਾਂ ਧੀਆਂ ਗਈਆਂ। ਉਹ ਡਾਕਟਰ ਬਹੁਤ ਵੱਡਾ ਸੀਗਾ। ਫਿਰ ਤੁਹਾਨੂੰ ਪਤਾ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ, ਅਸੀਂ ਬਾਹਰ ਹੀ ਬਿਠਾਇਆ ਉਹਨਾਂ ਨੇ। ਅਸੀਂ ਬੈਠੇ ਤੇ ਉੱਥੇ ਉਹਨੇ ਸਾਨੂੰ ਪੈਸੇ ਵੀ ਫੜਾਏ, ਥੋੜ੍ਹੇ ਜਿਹੇ ਪੈਸੇ ਸੀਗੇ। ਤਾਂ ਕੀ ਨਾਮ, ਔਰ ਕੱਪੜੇ ਸੀ, ਇੱਕ ਸੂਟ ਮੇਰਾ ਸੀ, ਬਾਕੀ ਬੱਚਿਆਂ ਦੇ ਕੱਪੜੇ ਸੀ ਛੋਟੇ ਛੋਟੇ। ਤੇ ਉਹ ਕਹਿੰਦੇ ਵੀ ਉਹ ਠੀਕ ਹੈ ਉੱਥੇ ਵੀ ਕੱਪੜੇ ਸੀ ਰਿਹਾ, ਵਧੀਆ ਹੈ। ਫਿਰ ਅਸੀਂ ਪੁੱਛਿਆ ਵੀ ਪੈਸੇ ਵੀ ਆਂਦੇ ਕਿਉਂ ਨਹੀਂ? ਕਹਿੰਦੇ ਆ ਜਾਏਗਾ। ਹੁਣ ਅਗਲੇ ਤੇ ਵਿਸ਼ਵਾਸ ਹੀ ਕਰਨਾ ਪੈਂਦਾ। ਫਿਰ ਮੇਰੇ ਫਾਦਰ, ਫਿਰ ਪਤਾ ਹੀ ਨਹੀਂ ਲੱਗਿਆ, ਕਾਫੀ ਚਿਰ ਨਹੀਂ ਪਤਾ ਚੱਲਿਆ। ਹਾਂ, ਉਹ ਲਾਸਟ ਮੈਸੇਜ ਸੀਗਾ ਸਾਨੂੰ। ਤੇ ਫਿਰ ਮੇਰੇ ਫਾਦਰ ਦਾ ਪਤਾ ਨਹੀਂ ਚੱਲਦਾ ਸੀਗਾ। ਜਿਹੜਾ ਲੈ ਕੇ ਗਿਆ ਸੀ ਤਾਂ ਉਹਦੇ ਕੋਲ ਹੀ ਜਾ ਸਕਦੇ ਸੀਗੇ। ਉਹਦਾ ਸਾਲਾ ਸੀ ਇੱਥੇ ਸਿਟੀ ਯੂ 'ਚ ਇੰਸਪੈਕਟਰ ਸੀ, ਅਸੀਂ ਉਹਦੇ ਕੋਲ ਜਾਂਦੇ ਸੀ। ਉਹ ਤਾਂ ਬੰਦਾ ਪਹੁੰਚ ਗਿਆ ਆਪਣੀ ਜਗ੍ਹਾ 'ਤੇ ਟਿਕਾਣੇ 'ਤੇ। ਫਾਦਰ ਮੇਰੇ ਈਰਾਨ 'ਚ ਹੀ ਰਹਿ ਗਏ, ਉੱਥੇ ਛੋੜ ਗਿਆ। ਫਿਰ ਅਸੀਂ ਪੁੱਛਦੇ ਸੀ, ਨਹੀਂ ਪਤਾ ਲੱਗਦਾ ਸੀ। ਸਾਨੂੰ ਵੀ ਇੰਨੀ ਨੌਲੇਜ ਨਹੀਂ ਸੀਗੀ ਵੀ ਕੀ ਨਾਮ, ਵੀ ਕਿੱਥੇ ਪਤਾ ਕਰੀਏ ਡੈਡੀ ਦਾ। ਫਿਰ ਅਸੀਂ ਆਸ ਛੱਡਤੀ। ਫਿਰ ਅਸੀਂ ਛੱਡਤਾ, ਕੋਈ ਪਤਾ ਨਹੀਂ ਲੱਗਦਾ ਸੀ। ਮੇਰੀ ਮੰਮੀ ਕਹਿੰਦੀ ਸੀ ਤੇਰੇ ਡੈਡੀ ਮਰ ਗਏ ਆ, ਪਤਾ ਨਹੀਂ ਕੀ ਹੈ। ਤਾਂ ਆਸ ਤਾਂ ਹੁੰਦੀ ਹੈ, ਜਿਵੇਂ ਕਰਵਾ ਚੌਥ ਦਾ ਵਰਤ ਰੱਖਦੇ, ਇਹ ਰੱਖਦੇ ਆ। ਮੇਰੇ ਮੰਮੀ ਰੱਖਦੇ ਸੀਗੇ। ਹਾਂ, ਕਹਿੰਦੀ ਸੀ ਮੈਂ ਨਹੀਂ ਰੱਖਣਾ। ਮੈਂ ਕਿਹਾ ਵੀ ਜੀ ਰੱਖ ਲੈ, ਕੁਛ ਨਹੀਂ ਹੁੰਦਾ, ਵੀ ਰੱਖ ਲੈ ਤੂੰ। ਫਿਰ ਰੱਖਦੇ ਸੀ ਵਰਤ। ਉੱਥੇ ਸਾਡੇ ਬੱਚੇ ਵੀ, ਅਸੀਂ 7 ਭੈਣ ਭਰਾ, ਇੱਕ ਅਨਪੜ੍ਹ ਔਰਤ ਕਿਵੇਂ ਪਾਲ ਸਕਦੀ ਹੈ? ਠੀਕ ਹੈ ਨਾ। ਤੇ ਅਸੀਂ ਬੱਚੇ ਪਾਲੇ। ਫਿਰ ਨਾਲੇ ਫੈਕਟਰੀ 'ਚ ਕੰਮ ਕਰਨਾ, ਨਾਲੇ ਇਹਨਾਂ ਦੇ ਕੱਪੜੇ ਲਿਆਣੇ। ਮੇਰੇ ਛੋਟੇ ਬ੍ਰਦਰ ਹੈ, ਉਹਨਾਂ ਨੂੰ ਨਵਾਉਣਾ ਧਵਾਉਣਾ,
ਕਈ ਵਾਰੀ ਰਾਤ ਨੂੰ ਨਵਾ ਕੇ ਪਾ ਦੇਣੇ ਮੰਜਿਆਂ ਦੇ ਵਿੱਚ ਵੀ ਚਲੋ ਸਵੇਰੇ ਸਾਫ ਸੁਥਰੇ ਅਸੀਂ ਜਲਦੀ ਨਿਕਲ ਜਾਵਾਂਗੀਆਂ ਕੰਮ ਤੇ। ਆਲੂ ਸਟੋਰ 'ਚ ਵੀ ਕੰਮ ਕੀਤਾ, ਲੋਕਾਂ ਦੇ ਭਾਂਡੇ ਵੀ ਮਾਂਜੇ, ਵਿਆਹਾਂ 'ਚ ਵੀ ਕੰਮ ਕੀਤਾ। ਉਹ ਤਾਂ ਕਰਨਾ ਹੀ ਪੈਣਾ ਸੀ, ਬੱਚੇ ਪਾਲਣੇ ਆ, ਰਾਤ ਨੂੰ ਰੋਟੀ ਤਾਂ ਚਾਹੀਦੀ ਹੈ ਨਾ, ਬੱਚੇ ਤਾਂ ਕਰਨੀ। ਫਿਰ ਮਤਲਬ ਕਿ ਮੇਰੀ ਮੰਮੀ ਕਹਿੰਦੀ ਹੁਣ ਤੂੰ ਪੜ੍ਹਾਈ ਨਾ ਛੱਡ। ਮੈਂ ਕਿਹਾ ਪੜ੍ਹਾਈ ਛੱਡਣੀ ਪਏਗੀ। ਮੈਂ 8ਵੀਂ ਸਕੂਲ ਤੱਕ ਕੀਤੀ, ਗੌਰਮੈਂਟ ਹਾਈ ਸਕੂਲ ਨਾਲ ਕੰਮ ਵੀ ਕਰਦੇ ਸੀ। ਫੈਕਟਰੀ ਵਾਲੇ ਅੱਛੇ, ਪਹਿਲੇ ਲੋਕ ਅੱਛੇ ਸੀਗੇ, ਨਾਲੇ ਪੜ੍ਹਦੀ ਸੀ ਨਾਲੇ ਮੈਂ ਕੰਮ ਤੇ ਚੱਲ ਜਾਣਾ ਲੰਚ ਤੋਂ ਬਾਅਦ। ਫਿਰ ਕੀ ਨਾਮ ਇੱਦਾਂ ਹੀ ਜ਼ਿੰਦਗੀ ਚੱਲਦੀ ਰਹੀ। ਫਿਰ ਛੋਟੇ ਭੈਣ ਭਰਾਵਾਂ ਨੂੰ ਨੁਆਉਣਾ ਧੁਆਉਣਾ, ਜਦ ਦੀਵਾਲੀ ਦੁਸਹਿਰਾ ਆਉਣਾ ਉਹਨਾਂ ਨੇ ਸਾਡੇ ਮੂੰਹ ਵੱਲ ਦੇਖਣਾ। ਸਾਰੇ ਲੋਕੀ ਨਵੇਂ ਕੱਪੜੇ ਪਾਉਂਦੇ ਆ ਅਤੇ ਜਦੋਂ ਤਨਖਾਹ ਮਿਲਣੀ ਫਿਰ ਜਾਣਾ ਫਟਾਫਟ ਸਾਈਕਲ 'ਤੇ ਉਹਦੀ 'ਚ ਉਹਨਾਂ ਨੇ ਕੱਪੜੇ ਲਿਆ ਕੇ ਦੇਣੇ ਵੀ ਉਹ ਵੀ ਖੁਸ਼ ਹੋ ਜਾਣ। ਹਰ ਆਪਣੀ ਜ਼ਿੰਦਗੀ ਬੱਚੇ ਸੋਚਦੇ ਹੀ ਆ ਨਾ, ਫਿਰ ਇਹਨਾਂ ਨੂੰ ਕੱਪੜੇ ਕੁਪੜੇ ਲਿਆ ਕੇ ਦੇਣੇ, ਖੁਸ਼ ਹੋ ਜਾਣੇ। ਇਹਨਾਂ ਨੇ ਵੀ ਮਿਹਨਤ ਕੀਤੀ, ਵੱਡੇ ਹੋ ਕੇ ਬੱਚਿਆਂ ਨੇ ਵੀ ਮਿਹਨਤ ਕੀਤੀ। ਮੇਰੇ ਬ੍ਰਦਰ ਵਿਆਹ 'ਚ ਚਲੇ ਜਾਂਦੇ। ਇੱਕ ਵਾਰੀ ਮੇਰਾ ਬ੍ਰਦਰ ਚਲਾ ਗਿਆ ਵਿਆਹ 'ਚ ਲਾਈਟਾਂ ਚੱਕਣ, ਵੀ ਆਟਾ ਨਹੀਂ ਹੈਗਾ ਘਰ, ਚੱਲ ਮੈਂ ਹਰ ਕੋਈ ਬੱਚਾ ਸੋਚਦਾ ਕਿ ਮੈਂ ਆਪਣੇ ਮਾਂ ਬਾਪ ਦੀ ਹੈਲਪ ਕਰਾਂ। ਫਿਰ ਲਾਈਟਾਂ ਚੱਕਣ ਚਲਾ ਗਿਆ। ਅਸੀਂ ਲੱਭਦੀਆਂ ਰਹੀਆਂ ਦੋਨੋਂ ਮਾਵਾਂ ਦੀਆਂ। ਫਿਰ ਹੱਥ 'ਚ ਪੈਸੇ ਪਕੜੇ, ਵੀ ਕੋਈ ਖੋ ਨਾ ਲਵੇ। ਫਿਰ ਆ ਕੇ ਕਹਿੰਦਾ ਹੈਲੋ ਪੈਸੇ। ਇਸ ਕਿੱਥੇ ਕੀ ਵੀ ਚੋਰੀ ਚਾਰੀ ਕੀਤੀ? ਕਹਿੰਦਾ ਨਹੀਂ ਮੈਂ ਲਾਈਟਾਂ ਚੱਕੀਆਂ ਵਿਆਹਾਂ 'ਚ। ਫਿਰ ਉਸ ਮਾਂ ਦਾ ਤੇ ਉਸ ਭੈਣ ਦਾ ਦਿਲ ਕੀ ਕਹਿੰਦਾ ਹੋਏਗਾ, ਹੈ ਨਾ, ਵੀ ਇਹ ਬੱਚੇ ਸਾਡੇ ਵੀ ਅਸੀਂ ਫਾਦਰ ਨੇ ਤਾਂ ਸੋਚਿਆ ਕੀ ਸੀ, ਹੋ ਕੀ ਗਿਆ, ਹੈ ਨਾ। ਹੁਣ ਅਸੀਂ ਕਿੱਥੇ ਜਾਈਏ, ਨਾ ਸਾਡੇ ਕੋਲ ਇੰਨੇ ਪੈਸੇ ਵੀ ਅਸੀਂ ਕੀ ਕਰੀਏ। ਪੁਲਿਸ ਸਟੇਸ਼ਨ 'ਚ ਆਓਗੇ ਤਾਂ ਉਹ ਨਹੀਂ ਦੇਣਗੇ ਸਾਨੂੰ, ਉਹ ਦੱਸਣਗੇ ਨਹੀਂ। ਇਹ ਫੌਰਨ ਦਾ ਕੰਮ ਹੈ ਤਾਂ ਫੌਰਨ ਵਾਲੇ ਹੀ ਕਰਨਗੇ, ਹੈ ਨਾ। ਫਿਰ ਇਸ ਤਰ੍ਹਾਂ ਹੀ ਜ਼ਿੰਦਗੀ ਨਿਕਲਦੀ ਰਹੀ। ਫਿਰ ਮੈਂ ਕਿਹਾ ਮੇਰੀ ਮੰਮੀ ਨੂੰ ਰਿਸ਼ਤੇ ਆਉਂਦੇ ਰਹੇ ਮੇਰੇ, ਵੀ ਰਿਸ਼ਤੇ ਵਿਆਹ ਕਰ ਦਿਓ। ਹਾਂ ਮੈਂ ਵੱਡੀਆਂ, ਸਭ ਤੋਂ ਵੱਡੀ, ਬਾਕੀ ਸਾਰੇ ਛੋਟੇ ਆ ਮੇਰੇ ਤੋਂ। 2 ਸਿਸਟਰ ਅਸੀਂ ਵੱਡੀਆਂ, ਉਸ ਤੋਂ ਛੋਟਾ ਮੇਰਾ ਬ੍ਰਦਰ, ਫਿਰ ਉਸ ਤੋਂ ਛੋਟੀ ਮੇਰੀ ਸਿਸਟਰ, ਫਿਰ ਇੱਕ ਸਿਸਟਰ ਹੋਰ, ਫਿਰ ਬ੍ਰਦਰ ਹੈ ਨਾ। ਤਾਂ ਫਿਰ ਕਹਿੰਦੇ ਵਿਆਹ ਕਰ ਦਿਓ। ਰਿਸ਼ਤੇਦਾਰ ਤਾਂ ਕਹਿਣਗੇ ਵਿਆਹ ਕਰ ਦਿਓ। ਵਿਆਹ ਕਰੋ ਕਿੱਥੇ? ਵਿਆਹ ਜੋ ਕੋਈ ਪੈਸੇ ਵੀ ਤਾਂ ਹੋਣ, ਹੈ ਨਾ। ਜੇ ਫਿਰ ਰਿਸ਼ਤੇ ਵੀ ਨਹੀਂ ਵਧੀਆ ਮਿਲਦੇ। ਜੇ ਆਪ ਹੀ ਕਮਾ ਕੇ ਖਾਣਾ ਫਿਰ ਤਾਂ ਆਪ ਹੀ ਕਮਾ ਲਓ। ਫਿਰ ਇਸ ਤਰ੍ਹਾਂ ਹੀ ਚੱਲਦੀ ਰਹੀ ਜ਼ਿੰਦਗੀ ਸਾਡੀ। ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਜੀ ਮੈਂ ਨਹੀਂ ਵਿਆਹ ਕਰਾਉਣਾ। ਮੇਰੇ ਚਾਚੇ ਤਾਂ ਕਹਿੰਦੇ ਵਿਆਹ ਕਰੋ, ਕੁੜੀਆਂ ਦੌੜ ਜਾਂਦੀਆਂ। ਉਹ ਵੀ ਸਹੀ, ਆਪਣੀ ਜਗ੍ਹਾ ਸਹੀ ਸੀ, ਵੀ ਕੱਲ੍ਹ ਨੂੰ ਬੱਚੇ ਕੀ ਸਟੈਪ ਚੱਕ ਜਾਣ, ਕਿਸੇ ਦਾ ਕੁਛ ਨਹੀਂ ਪਤਾ। ਤਾਂ ਮੈਂ ਆਪਣੀ ਮੰਮੀ ਨੇ ਕਿਹਾ ਵੀ ਜੀ ਜੇ ਮੈਂ ਗਲਤ ਸਟੈਪ ਚੱਕੂੰਗੀ ਤਾਂ ਮੇਰਾ ਵੀ ਮੈਨੂੰ ਨਾ ਮੂੰਹ ਲਾਈਓ ਤੁਸੀਂ, ਮੈਂ ਵਿਆਹ ਨਹੀਂ ਕਰੂੰਗੀ, ਮੈਂ ਪਾਲਾਂਗੀ ਬੱਚੇ। ਫਿਰ ਜਦ ਇਹਨਾਂ ਨੂੰ ਨਵਾਉਣਾ ਧਵਾਉਣਾ, ਹੈ ਨਾ, ਰੋਟੀ ਬਣਾਉਣੀ ਦੇਣੀ, ਤਾਂ ਸਮਝ ਲਓ ਇਹੀ ਹੈ ਵੀ ਕਿ ਮੇਰੇ ਬੱਚੇ ਆ, ਮੇਰੇ ਹੀ ਬੱਚੇ ਆ ਨਾ। ਫਿਰ ਇੱਦਾਂ ਹੀ ਜ਼ਿੰਦਗੀ ਸਾਡੀ ਚੱਲਦੀ ਰਹੀ। ਮਿਹਨਤਾਂ ਕਰਦੇ ਰਹੇ ਅਸੀਂ, ਬੱਚੇ ਪਾਲਦੇ ਰਹੇ। ਪਾਲਤੇ ਮੇਰੀ ਮੰਮੀ ਨੇ ਵੀ, ਅਸੀਂ ਦੋਨਾਂ ਨੇ ਮਿਲ ਕੇ ਪਾਲੇ। ਮੇਰੀ ਮੰਮੀ ਨੇ ਵੀ ਬਹੁਤ ਮਿਹਨਤ ਕੀਤੀ। ਲੋਕਾਂ ਦੇ ਘਰ ਵਿਆਹਾਂ 'ਚ ਵੀ ਕੰਮ ਕਰਨਾ ਅਸੀਂ, ਹੈ ਨਾ। ਲੋਕਾਂ ਦੇ ਕੱਪੜੇ ਧੋਣ ਵੀ ਜਾਣਾ, ਸਰਦੀਆਂ 'ਚ ਕੱਪੜੇ ਧੋਣ ਜਾਣਾ 5 ਵਜੇ ਉੱਠ ਕੇ। ਫਿਰ ਅਗਲੇ ਨੇ ਜੋ ਦੇਣਾ ਪੁਰਾਣਾ ਨਵਾਂ ਉਹ ਪਾ ਲੈਣਾ, ਹੈ ਨਾ। ਤਾਂ ਫਿਰ ਇੱਦਾਂ ਹੀ ਮਿਹਨਤ ਕਰਦੇ ਰਹੇ ਅਸੀਂ। ਫਿਰ ਬੱਚੇ ਵੀ ਸਕੂਲਾਂ 'ਚ ਜਾਂਦੇ ਸੀ। ਗੌਰਮੈਂਟ ਸਕੂਲ ਸੀ ਇੱਥੇ, ਹੈ ਨਾ। ਉੱਥੇ ਫਿਰ ਫੀਸ ਘੱਟ ਸੀ ਉਸ ਟਾਈਮ, 25 ਪੈਸੇ ਫੀਸ ਹੁੰਦੀ ਸੀ, ਘੱਟ ਫੀਸ ਹੈ ਗੌਰਮੈਂਟ ਸਕੂਲ 'ਚ। ਉੱਥੇ ਪੜ੍ਹਦੇ ਰਹੇ। ਫਿਰ ਮੇਰਾ ਵੱਡਾ ਬ੍ਰਦਰ ਸਾਡੇ ਤੋਂ 2 ਭੈਣਾਂ ਤੋਂ ਛੋਟਾ, ਉਹ ਕਹਿੰਦਾ ਮੈਂ ਪੜ੍ਹਨਾ ਨਹੀਂ ਦੀਦੀ। ਹਾਲਾਂਕਿ ਉਹਦੀ 2nd ਡਿਵੀਜ਼ਨ ਸੀ 9ਵੀਂ ਵਿੱਚ। ਕਹਿੰਦਾ ਮੈਂ ਪੜ੍ਹਨਾ ਨਹੀਂ। ਮੈਂ ਕਿਹਾ ਤੂੰ ਪੜ੍ਹ ਲੈ, 10ਵੀਂ ਕਰ ਲੈ, ਵੀ ਕਿਧਰੇ ਨੌਕਰੀ ਮਿਲ ਜਾਏਗੀ। ਕਹਿੰਦਾ ਮੈਂ ਨਹੀਂ ਪੜ੍ਹਨਾ। ਫਿਰ ਉਹ ਕੰਮ ਸਿੱਖਣ ਲੱਗ ਗਿਆ, ਡੈਂਟਿੰਗ ਪੈਂਟਿੰਗ ਦਾ। ਉਹ ਫਿਰ ਕੰਮ ਸਿੱਖਦਾ ਰਿਹਾ। ਫਿਰ ਉਹ ਵੀ ਥੋੜ੍ਹੇ, ਪਹਿਲੇ ਤਨਖਾਹਾਂ ਥੋੜ੍ਹੀਆਂ ਹੁੰਦੀਆਂ ਸੀ, ਅੱਜ ਕੱਲ੍ਹ ਤਾਂ ਬਹੁਤ ਤਨਖਾਹਾਂ, ਉਸ ਟਾਈਮ ਤਨਖਾਹਾਂ ਬਹੁਤ ਥੋੜ੍ਹੀਆਂ ਸੀ। ਫਿਰ ਉਹ ਡੈਂਟਿੰਗ ਪੈਂਟਿੰਗ ਦਾ ਕੰਮ ਕਰਨ ਲੱਗਿਆ। ਫਿਰ ਜਿਹੜਾ ਮੇਰਾ ਵਿਚਕਾਰਲਾ ਬ੍ਰਦਰ ਹੈ ਉਹ ਵੀ ਡੈਂਟਿੰਗ ਪੈਂਟਿੰਗ ਦਾ ਕੰਮ ਕਰਨ ਲੱਗ ਗਿਆ। ਉਹ ਪੜ੍ਹਾਈ 'ਚ ਇੱਦਾਂ ਹੀ ਸੀ, ਉਹ ਤਾਂ 8ਵੀਂ 'ਚ ਫੇਲ ਹੋ ਗਿਆ। ਫਿਰ ਕਹਿੰਦਾ ਮੈਂ ਵੀ ਇਹੀ ਕੰਮ ਸਿੱਖਣਾ। ਫਿਰ ਉਹ ਵੀ ਡੈਂਟਿੰਗ ਪੈਂਟਿੰਗ ਦਾ ਕੰਮ ਕਰਨ ਲੱਗਿਆ। ਫਿਰ ਇਹ ਤਾਂ ਛੋਟਾ ਸੀ, ਇਹਨੇ 10ਵੀਂ ਕਰ ਲਈ। ਇਹਨੇ 10ਵੀਂ ਕਰਕੇ ਫਿਰ 19 ਦੀ ਮਾਰਕੀਟ 'ਚ ਲੱਗ ਗਿਆ। ਦੇਖੋ ਜਿੰਨੇ ਢਿੱਡ ਪਾਲਣਾ ਨਾ, ਜਦੋਂ ਕੋ ਕਹਿੰਦੇ ਨਾ ਪੰਛੀ ਦੇ ਪਰ ਨਿਕਲ ਆਉਂਦੇ ਤਾਂ ਉਹ ਪਰ ਮਾਰਦਾ ਹੀ ਹੈ। ਹਰ ਕੋਈ ਸੋਚਦਾ ਵੀ ਅਸੀਂ ਕਮਾਈਏ ਅਤੇ ਖਾਈਏ। ਫਿਰ ਇਸ ਤਰ੍ਹਾਂ ਹੀ ਜ਼ਿੰਦਗੀ ਸਾਡੀ ਚੱਲਦੀ ਰਹੀ। ਮਿਹਨਤਾਂ ਕਰਦੇ ਰਹੇ ਅਸੀਂ। ਉਸ ਤੋਂ ਬਾਅਦ ਕਾਫੀ ਦੇਰ ਹੋ ਗਈ ਸੀ, ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਦੱਸ ਦਿਓ ਸਾਡੇ ਡੈਡੀ ਦਾ ਪਤਾ। ਉਹ ਕੁਛ ਨਹੀਂ ਦੱਸਦੇ ਸੀ, ਕਹਿੰਦੇ ਸਾਨੂੰ ਨਹੀਂ ਪਤਾ, ਉਹ ਆਪੇ ਹੀ ਚਲਾ ਗਿਆ ਕਿਧਰੇ। ਫਿਰ ਉਸ ਤੋਂ ਬਾਅਦ ਮੇਰੀ ਲਾਈਨ ਚੇਂਜ ਹੋ ਗਈ। ਪਹਿਲੇ ਮੈਂ ਫੈਕਟਰੀ 'ਚ ਜਾਂਦੀ ਸੀ, ਇੱਧਰ ਉੱਧਰ ਜਾਂਦੀ ਸੀ। ਫਿਰ ਮੈਂ ਸੋਚਦੀ ਸੀ ਮੈਂ ਦਿੱਲੀ ਦੇਖਣਾ, ਦਿੱਲੀ ਕਿਵੇਂ ਦੇਖਣਾ। ਫਿਰ ਮੈਂ ਕਿ ਸ਼ਾਇਦ ਉੱਥੇ ਜਾ ਕੇ ਪਤਾ ਕਰ ਲਵਾਂ। ਫਿਰ ਮੇਰੇ ਦਾਦ ਗੁਰੂ, ਮੇਰੇ ਗੁਰੂ ਜੀ, ਅਸੀਂ ਦਿੱਲੀ ਗਏ। ਫਿਰ ਮੈਂ ਮੈਂ ਦੱਸਿਆ ਮੇਰੇ ਪਾਪਾ ਵੀ ਪੁੱਛਦੇ ਹੀ ਆ ਸਾਰੇ, ਤੁਹਾਡੇ ਪਾਪਾ ਕੀ ਕਰਦੇ ਆ, ਕੀ ਕਰਦੇ ਕੀ ਨਹੀਂ। ਫਿਰ ਉਹ ਦੱਸਿਆ ਵੀ ਮੇਰੇ ਪਾਪਾ ਇੱਦਾਂ ਇੱਦਾਂ। ਮੈਂ ਕਿਹਾ ਅੰਕਲ ਜੀ ਅਸੀਂ
ਵੀ ਅੰਬੈਸੀ ਜਾਣਾ ਹੈ, ਅੰਬੈਸੀ 'ਚ ਪਤਾ ਲੱਗ ਜਾਏਗਾ। ਉਹ ਟਾਈਪ ਬਹੁਤ ਅੱਛੀ ਕਰਦੇ ਸੀਗੇ, ਕਲਰਕ ਸੀਗੇ ਉਹ ਆਫਿਸ 'ਚ। ਤਾਂ ਉਹਨਾਂ ਨੇ ਲੈਟਰ ਟਾਈਪ ਕਰਨੇ, ਅਸੀਂ ਪਾ ਦੇਣੇ, ਹਰ ਵਾਰੀ ਪਾਣੇ। ਫਿਰ ਅੰਬੈਸੀ ਵੀ ਗਏ ਅਸੀਂ 3-4 ਵਾਰੀ ਅੰਬੈਸੀ ਗਏ, ਉੱਥੇ ਪਤਾ ਕੀਤਾ ਵੀ ਇੱਦਾਂ ਇੱਦਾਂ। ਫਿਰ ਸਰ ਨੇ ਕਿਹਾ ਵੀ ਇਹ ਵਿਚਾਰੇ ਬੱਚੇ ਬਿਨਾਂ ਬਾਪ ਤੋਂ ਹੈ, ਇੰਨੀ ਮਿਹਨਤ ਕਰ ਰਹੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਜਿੰਦਾ ਕਿ ਮਰ ਗਿਆ। ਵੀ ਇੰਨਾ ਪਤਾ ਸੀ ਵੀ ਲਿਬਨਾਨ ਹੈ। ਉਹ ਚਿੱਠੀ ਆਪਾਂ ਨੇ ਜਿਹੜੀ ਆਈ ਸੀ ਉਹ ਸੰਭਾਲੀ ਹੋਈ ਸੀ, ਇੱਕ ਚਿੱਠੀ ਵੀ ਇਹ ਲਿਬਨਾਨ ਹੈ। ਉਹ ਕਹਿੰਦੇ ਵੀ ਅਸੀਂ ਵੀ ਕੋਸ਼ਿਸ਼, ਉਹਨਾਂ ਨੇ ਵੀ ਕੋਸ਼ਿਸ਼ ਬਹੁਤ ਕੀਤੀ। ਫਿਰ ਮੇਰੇ ਡੈਡੀ ਆਏ 35 ਸਾਲ ਬਾਅਦ। ਅੱਛਾ। ਤਦ ਤੱਕ ਅਸੀਂ ਮਿਹਨਤਾਂ ਕਰਦੀਆਂ ਰਹੀਆਂ ਦੋਨੋਂ ਮਾਵਾਂ ਧੀਆਂ, ਜੋ ਕੰਮ ਮਿਲਿਆ ਕਰਿਆ, ਬੱਚੇ ਵੀ ਪਾਲੇ, ਹੈ ਨਾ, ਪੜ੍ਹਾਏ ਵੀ। ਫਿਰ ਉਹ ਸਨ 1000 ਕਿੰਨੇ ਚ ਆਏ, 89 ਚ ਇੱਦਾਂ ਹੀ ਕੁਛ ਆਏ ਸੀ ਉਹ, ਵਾਪਸ ਆਏ। ਤਾਂ ਉਸ ਟਾਈਮ ਮੈਂ ਘਰ ਨਹੀਂ ਸੀ। ਅੱਛਾ। ਮੈਂ ਟੂਰ 'ਤੇ ਸੀ ਨਾਹਨ। ਫਿਰ ਜਦੋਂ ਮੈਂ ਆਈ ਇਹਨਾਂ ਨੇ ਵੀ ਨਹੀਂ ਪਛਾਣਾ, ਪੂਰੀ ਕਲੋਨੀ ਸਾਡੀ ਇਕੱਠੀ ਹੋ ਗਈ ਸੀ 29 ਦੀ, ਵੀ ਉਹ ਬੰਦਾ ਆਇਆ ਜਿਹੜਾ 40-45 ਸਾਲਾਂ ਬਾਅਦ ਤੋਂ ਆਇਆ ਘਰ। ਉਹ ਵੀ ਆਪਣਾ ਘਰ ਭੁੱਲ ਗਏ ਸੀ, ਆਪਣੀ ਜਨਾਨੀ ਵੀ ਭੁੱਲ ਗਏ ਸੀਗੇ, ਹੈ ਨਾ। ਇਹ ਵੀ ਇੱਕ ਚੁਟਕਲਾ ਹੀ ਹੋ ਗਿਆ ਵੀ ਆਪਣੀ ਜਨਾਨੀ ਦਾ ਮੂੰਹ ਦੇਖਿਆ ਬੰਦਾ ਭੁੱਲ ਗਿਆ ਜਿਹਦੇ ਨਾਲ ਵਿਆਹ ਕਰਾਇਆ। ਇੰਨੀ ਦੇਰ ਬਾਅਦ ਆਏ, ਅੱਗੇ ਚਲੇ ਗਏ ਸੀ। ਉਹ ਕਿਧਰੇ ਹੋਰ ਇੱਕ ਜਨਾਨੀ ਸਾਨੂੰ ਜੱਫੀਆਂ ਪਾ ਰਹੇ ਸੀ ਵੀ ਮੇਰੀ ਜਨਾਨੀ ਹੈ ਸ਼ਾਇਦ, ਹੈ ਨਾ। ਜਦ ਕਿ ਮੇਰੇ ਮੰਮੀ ਤਾਂ ਕੰਮ 'ਤੇ ਸੀ। ਇੱਕਦਮ ਉਹਨਾਂ ਨੂੰ ਦੱਸਿਆ ਨਹੀਂ ਵੀ ਇੱਦਾਂ ਇਨਸਾਨ ਘਬਰਾ ਜਾਂਦਾ ਹੈ ਵੀ। ਕਿ ਫਿਰ ਇੱਧਰੋਂ ਜਦ ਗਏ ਵੀ ਸਾਰੇ ਗਲੀ ਵਾਲੇ ਵੀ ਬੁਲਾ ਕੇ ਲਿਆਉਂਦੇ ਅਸੀਂ। ਫਿਰ ਮੇਰੇ ਮੰਮੀ ਨੂੰ ਬੁਲਾਇਆ ਵੀ ਘਰ। ਉਹਨੇ ਸੋਚਿਆ ਵੀ ਬੱਚੇ ਬਿਮਾਰ ਹੋ ਗਏ, ਬੱਚੇ ਬਿਮਾਰ ਤੇ ਆਉਣਾ ਹੀ ਪੈਂਦਾ। ਫਿਰ ਉਹਨੂੰ ਬੁਲਾਇਆ ਤੇ ਫਿਰ ਜਦ ਦੱਸਿਆ ਵੀ ਅੰਕਲ ਜੀ ਆ ਗਏ, ਫਿਰ ਉਹ ਇੱਕਦਮ ਕੰਬ ਗਈ। ਉਹਨਾਂ ਦਾ ਥੋੜ੍ਹਾ ਸਰੀਰ ਵੀ ਕੰਬਦਾ ਸੀ। ਫਿਰ ਘਰ ਆਏ, ਫਿਰ ਬੈਠੇ, ਹੁੰਦਾ ਹੀ ਆ, ਸਾਰੇ ਇਕੱਠੇ ਹੋ ਗਏ ਵੀ ਤੁਸੀਂ ਕਿਉਂ ਨਹੀਂ ਆਏ, ਕਿਉਂ ਨਹੀਂ ਆਏ। ਫਿਰ ਉਸ ਟਾਈਮ ਆਦਮੀ ਵੀ ਬੁੰਦ ਲਿਆਉਂਦਾ, ਥੋੜ੍ਹਾ ਰੈਸਟ ਦੇਣਾ ਪੈਂਦਾ ਅਗਲੇ ਨੂੰ। ਬਾਹਰੋਂ ਆਇਆ ਸੀ, ਫਿਰ ਉਹਨਾਂ ਦੇ ਆਪਣੇ ਹੱਥ ਪੈਰ ਹੀ ਨਹੀਂ ਚੱਲਦੇ ਸੀ। ਅੱਛਾ। ਹਾਂ, ਕਿਉਂਕਿ ਬਾਹਰ ਦੇ ਪਾਣੀ ਔਰ ਇੱਧਰ ਦੇ ਪਾਣੀ 'ਚ ਫਰਕ ਹੈ। ਫਿਰ ਉਹਨਾਂ ਨੂੰ ਵੀ ਠੀਕ ਕੀਤਾ। ਸਾਡੇ ਮੁੰਡੇ ਬਹੁਤ ਅੱਛੇ, ਉਹ ਕਹਿੰਦੇ ਚੱਲ ਸਾਡੇ ਮੋਢਿਆਂ 'ਤੇ ਚੜ੍ਹ ਕੇ ਤਾਂ ਜਾਊਗਾ ਨਾ, ਉੱਥੇ ਮਰ ਜਾਂਦੇ ਫਿਰ ਕਿੰਨੇ ਸੰਭਾਲਣਾ ਸੀ, ਕਿੰਨੇ ਕੀ ਕਰਨਾ ਸੀ। ਫਿਰ ਆਏ ਘਰ, ਇੱਥੇ ਆਏ, ਫਿਰ ਗੱਲਬਾਤ ਹੋਈ। ਮੈਂ ਆਈ ਤੇ ਮੈਂ ਦੇਖਾਂ, ਮੈਂ ਕਿਹਾ ਸਾਡੇ ਘਰ ਪਰਦੇ ਕਿਵੇਂ ਲੱਗੇ ਹੋਏ ਆ ਬਈ। ਅਸੀਂ ਤਾਂ ਪਰਦੇ ਦੀ ਔਕਾਤ ਵੀ ਨਹੀਂ ਰੱਖਦੇ ਵੀ ਪਰਦੇ ਵੀ ਕਿਉਂ ਲਗਾਉਣੇ, ਸਾਡੇ ਘਰ ਕਿਹੜਾ ਕੋਈ ਚੀਜ਼ ਲੁਕਾਉਣ ਵਾਲੀ ਹੈ। ਫਿਰ ਮੈਂ ਜਦੋਂ ਆਈ ਘਰ ਤੇ ਮੇਰੀ ਸਿਸਟਰ ਵਗੈਰਾ ਕਹਿੰਦੀ ਡੈਡੀ ਆ ਗਏ। ਮੈਂ ਕਿਹਾ ਕਿੱਥੇ ਆ ਗਏ, ਦੇਖਿਆ ਤੇ ਫਿਰ ਡੈਡੀ ਸੀਗੇ। ਫਿਰ ਉਹ ਹੀ ਦੇਖੋ ਇੱਕ ਖੁਸ਼ੀ ਦੇ ਅੰਸ਼ ਹੁੰਦੇ ਆ, ਹੈ ਨਾ, ਵੀ ਚੱਲ ਆ ਗਏ ਤੁਸੀਂ, ਠੀਕ ਹੈ। ਫਿਰ ਮੇਰੀ ਮੰਮੀ ਨੇ ਮੈਨੂੰ ਬੁਲਾਇਆ ਰਾਤ ਨੂੰ, ਕਹਿੰਦੀ ਮੈਂ ਕਿਹਾ ਕੁਛ ਲਿਆਏ, ਕਹਿੰਦੀ ਕੁਛ ਨਹੀਂ ਲਿਆਏ ਵੀ ਅੰਬੈਸੀ ਵਾਲਿਆਂ ਨੇ ਕਹਿੰਦੇ ਮੈਨੂੰ ਇੱਦਾਂ ਹੀ ਚੁੱਕ ਕੇ ਭੇਜਦਾ। ਮੈਂ ਕਿਹਾ ਚੱਲ ਕੋਈ ਨਾ। ਫਿਰ ਮੈਂ ਵਿਆਹ ਕਰਾਉਣ ਦੇ ਬਾਰੇ ਤਾਂ ਸੋਚ ਹੀ ਨਹੀਂ ਸਕਦੀ। ਸੋਚ ਸਕਦੀ ਹਾਂ ਜਦੋਂ ਮੇਰਾ ਫਾਦਰ ਹੀ ਕੁਛ ਨਹੀਂ ਲਿਆਇਆ। ਫਿਰ ਇਹਨਾਂ ਨੂੰ ਇਹ ਵੀ ਵਿਆਹਣ ਵਾਲੀ, ਸਾਰੇ ਜਵਾਨ ਸੀ ਬੱਚੇ, ਹੈ ਨਾ। ਫਿਰ ਮੈਂ ਕਿਹਾ ਚੱਲ ਆਪਾਂ ਛੋਟੇ ਵਾਲੇ ਦਾ ਰਿਸ਼ਤਾ ਕਰ ਦਿੰਦੇ ਹਾਂ। ਮੇਰੀ ਮੰਮੀ ਕਹਿੰਦੀ ਤੂੰ ਕਰਾ ਲੈ। ਮੈਂ ਕਿਹਾ ਮੈਂ ਨਹੀਂ ਕਰਾਉਣਾ। ਆਏ ਵੀ ਮੇਰੇ ਰਿਸ਼ਤੇ ਇੱਦਾਂ ਨਹੀਂ ਕਿ ਆਏ। ਡੈਡੀ ਕਹਿੰਦੇ ਮੈਂ ਵਿਆਹ ਕਰਨਾ ਤੇਰਾ। ਫਿਰ ਮੈਂ ਕਿਹਾ ਕਰ ਦੋ, ਵਿਆਹ ਕਰ ਦੋ। ਰਿਸ਼ਤਾ ਆਇਆ, ਮੇਰਾ ਰਿਸ਼ਤਾ ਆਇਆ। ਫਿਰ ਉਹ ਪੁੱਛਦੇ ਮੈਨੂੰ, ਮੈਂ ਟੂਰ ਤੋਂ ਆਈ ਸੀਗੀ, ਗਰਮੀਆਂ ਸੀ, ਮੈਂ ਆ ਕੇ ਬੈਠ ਗਈ ਇੱਥੇ ਸੋਫੇ 'ਤੇ। ਕਹਿੰਦੇ ਜੀ ਤੁਸੀਂ ਕੀ ਕੰਮ ਕਰਦੇ ਹੋ? ਮੈਂ ਕਿਹਾ ਮੇਰੀ ਭਾਸ਼ਾ 'ਚ ਤਾਂ ਸੌਂਗ ਐਂਡ ਡਰਾਮਾ ਡਿਵੀਜ਼ਨ, ਲੋਕਾਂ ਨੂੰ ਪ੍ਰਪੇਅਰ ਕਰਨਾ, ਤੇ ਤੁਹਾਡੀ ਭਾਸ਼ਾ 'ਚ ਕੰਜਰਖਾਨਾ। ਅੱਛਾ, ਤੁਸੀਂ ਐਵੇਂ ਕਹਿੰਦੇ? ਹਾਂ, ਵੀ ਉਹ ਕੰਜਰਖਾਨੇ ਨੱਚਣਾ ਗਾਣਾ ਮੈਂ ਪਹਿਲੇ ਦੱਸੋ ਅਗਲੇ ਨੂੰ, ਜੇ ਮਨਜ਼ੂਰ ਹੈ ਤਾਂ ਠੀਕ ਹੈ। ਮੈਂ ਡਾਂਸ ਵੀ ਕਰਨਾ, ਮੈਂ ਲੋਕਾਂ ਵਿੱਚ ਵੀ ਖੜੇ ਹੋਣਾ, ਮੇਲਿਆਂ 'ਚ ਵੀ ਜਾਂਦੀ ਸੀ ਮੈਂ, ਹੈ ਨਾ। ਤੇ ਕਹਿੰਦੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਮੈਂ ਕਿਹਾ ਠੀਕ ਹੈ ਜੀ, ਕੋਈ ਗੱਲ ਨਹੀਂ, ਤਾਂ ਵਧੀਆ ਗੱਲ ਹੈ, ਤੁਸੀਂ ਮੰਨ ਗਏ। ਮੈਂ ਕਿਹਾ ਤਾਂ ਕਹਿੰਦੇ ਕਿੰਨਾ ਕੁ ਪੈਸਾ ਕਮਾ ਲੈਂਦੇ ਹੋ? ਮੈਂ ਕਿਹਾ ਪੈਸੇ ਮੈਂ ਆਪਣੇ ਗੁਜ਼ਾਰੇ ਲਾਇਕ ਕਮਾ ਲੈਂਦੀ ਹਾਂ। ਮੈਂ ਦੱਸਿਆ ਨਹੀਂ ਵੀ ਮੈਂ ਇੰਨਾ ਕਮਾਨੀ ਆ, 30-35 ਹਜ਼ਾਰ ਉਸ ਟਾਈਮ ਮੈਂ ਕਮਾ ਲੈਂਦੀ, 40 ਤੇ ਵੀ ਪਹੁੰਚ ਜਾਂਦੀ ਸੀ। ਬਹੁਤ ਜ਼ਿਆਦਾ ਪ੍ਰੋਗਰਾਮ ਹੁੰਦੇ ਸੀ। ਮੈਂ ਕਿਹਾ ਕਮਾ ਲੈਂਦੀ ਹਾਂ ਗੁਜ਼ਾਰੇ ਲਾਇਕ। ਅਤੇ ਮੈਂ ਕਿਹਾ ਪਰ ਇੱਕ ਗੱਲ ਹੋਰ ਹੈ ਵੀ ਮੈਂ ਨਾ ਮਹੀਨੇ 'ਚ 30 ਦਿਨ 32 ਦਿਨ ਮੈਂ ਬਾਹਰ ਹੀ ਰਹਿੰਦੀ ਹਾਂ ਟੂਰ 'ਤੇ। ਕੱਲ੍ਹ ਨੂੰ ਤੁਸੀਂ ਕਹੋ ਵੀ ਤੂੰ ਤਾਂ ਬਾਹਰ ਹੀ ਰਹਿੰਦੀ ਹੈ, ਘਰ ਦਾ ਕੰਮ ਨਹੀਂ ਕਰਦੀ, ਹੈ ਨਾ। ਇੱਕ ਹਸਬੈਂਡ ਨੂੰ ਤਾਂ ਸਭ ਕੁਛ ਚਾਹੀਦਾ, ਪੁਰਸ਼ ਪ੍ਰਧਾਨ ਦੇਸ਼ ਹੈ। ਉਹ ਤਾਂ ਕਹੇਗਾ ਪੈਸੇ ਤੂੰ ਤਾਂ ਬਾਅਦ 'ਚੋਂ ਕਮਾ, ਪਹਿਲੇ ਮੇਰਾ ਵੀ ਕੰਮ ਕਰੋ, ਘਰ ਵੀ ਦੇਖੋ। ਤੇ ਮੈਂ ਕਿਹਾ ਮੈਂ 32 ਦਿਨ ਬਾਹਰ ਰਹਿੰਦੀ ਹਾਂ। ਕਹਿੰਦਾ ਕੋਈ ਨਾ ਤੁਸੀਂ ਬਾਹਰ ਰਹਿਣਾ, ਕਹਿੰਦਾ ਵੀ ਤੁਸੀਂ ਬਾਹਰ ਰਹੀਓ, ਪੈਸੇ ਤਾਂ ਘਰ ਹੀ ਲਿਆਓਗੇ। ਉਹ ਕੁੜੀ ਕਹਿੰਦੀ ਉਹਦੀ ਸਿਸਟਰ। ਅੱਛਾ। ਤੇ ਮੈਂ ਕਿਹਾ ਜੇ ਮੈਂ ਕੰਜਰਖਾਨਾ ਕਰਕੇ ਵੀ ਪੈਸੇ ਤੁਹਾਨੂੰ ਦੇਣੇ, ਮੈਂ ਇਹਨਾਂ ਨੂੰ ਨਾ ਖਵਾਵਾਂਗੀ, ਇਹਨਾਂ ਦੀ ਜ਼ਿੰਦਗੀ ਬਣੇਗੀ। ਮੈਂ ਕਿਹਾ ਮੈਂ ਖੜੀ ਹੋ ਗਈ, ਮੈਂ ਕਿਹਾ ਮੈਂ ਨਹੀਂ ਕਰਨਾ। ਮੇਰੇ ਡੈਡੀ ਵੀ ਕੁਛ ਨਹੀਂ ਬੋਲੇ ਵੀ ਇਹ ਤਾਂ ਆਪ ਹੀ ਬੋਲ ਰਹੀ ਹੈ। ਮੇਰੇ ਫਾਦਰ ਫਿਰ ਮੇਰੇ ਨਾਲ ਲੜੇ, ਕਹਿੰਦੇ ਤੂੰ ਬੋਲਦੀ ਐ। ਮੈਂ ਕਿਹਾ ਗੱਲ ਸੁਣੋ ਬਾਊ ਜੀ, ਬੱਚੇ ਮੈਂ ਪਾਲੇ ਆ,
ਜਦ ਤੁਸੀਂ ਬੱਚੇ ਨੂੰ ਛੱਡ ਕੇ ਗਏ ਸੀ 3 ਮਹੀਨੇ ਦਾ ਸੀ ਛੋਟਾ। ਹੁਣ ਉਹ ਵੱਡੇ ਹੋ ਗਏ ਆ, ਉਹਨਾਂ ਨੂੰ ਵਿਆਹ ਨਾ ਕਿ ਮੈਂ ਆਪਣਾ ਵਿਆਹ ਕਰਾਵਾਂ। ਮੈਨੂੰ ਇਹ ਸਮਝਾ ਦਿਓ। ਮੈਂ ਕਰਾ ਲਾਂਗੀ, ਤੁਸੀਂ ਮੈਨੂੰ ਵਧੀਆ ਰਿਸ਼ਤਾ ਲਿਆਓਗੇ ਤਾਂ ਮੈਂ ਕਰ ਲਾਂਗੀ, ਜਿਹੜਾ ਮੈਨੂੰ ਬਿਠਾ ਕੇ ਖਵਾਵੇ। ਮੈਂ ਵੀ ਕੰਮ ਕਰਕੇ ਥੱਕ ਗਈ ਹਾਂ, ਟੈਚੀ ਚੱਕ ਚੱਕ ਕੇ ਪੂਰੇ ਹਿਮਾਚਲ 'ਚ ਘੁੰਮਣਾ, ਕਿੱਥੇ ਕਿੱਥੇ ਜਾਣਾ, ਰਾਤ ਨੂੰ 12 ਵਜੇ ਸੌਣਾ। ਮੈਂ ਕਿਹਾ ਮੈਨੂੰ ਇੱਦਾਂ ਦਾ ਚਾਹੀਦਾ ਜਿਹੜਾ ਮੈਨੂੰ ਵੀ ਆਰਾਮ ਦੇਵੇ। ਅਤੇ ਜੇ ਪੈਸੇ ਹੀ ਲੈ ਕੇ ਮੈਨੂੰ ਉਹ ਕੰਮ ਕਰੇ, ਮੈਂ ਘਰ ਦਾ ਵੀ ਕਰੂੰਗੀ। ਮੈਂ ਕਿਹਾ ਨਹੀਂ, ਹੁਣ ਆਸ਼ਾ ਨੂੰ ਨਾ ਆਦਤ ਨਹੀਂ ਰਹੀ ਹੈ। ਮੇਰੇ ਫਾਦਰ ਚੁੱਪ ਹੋ ਗਏ। ਫਿਰ ਛੋਟੀ ਵਾਲੀ ਦਾ ਰਿਸ਼ਤਾ ਦੇਖ ਕੇ ਆਏ, ਉਹਦਾ ਵਿਆਹ ਕੀਤਾ ਮੇਰੇ ਤੋਂ ਛੋਟੀ ਦਾ। ਫਿਰ ਇਹਦੇ ਫਾਦਰ ਦਾ ਵਿਆਹ ਕੀਤਾ, ਹੈ ਨਾ। ਫਿਰ ਵੋਟੀ ਆ ਗਈ, ਚਲੋ ਹੋਣ ਲੱਗ ਗਿਆ। ਫਿਰ ਉਸ ਤੋਂ ਬਾਅਦ ਬਾਕੀਆਂ ਦੇ ਵਿਆਹ ਕਰਨੇ ਸੀ। ਫਿਰ ਮੇਰੇ ਫਾਦਰ ਹੀ ਆਪ ਪੂਰੇ ਹੋ ਗਏ। ਬੂਆ ਦੇ ਮੁੰਡੇ ਦਾ ਵਿਆਹ ਸੀ, ਉੱਥੇ ਗਏ ਸੀਗੇ। ਇਹਨਾਂ ਨੇ ਵੀ ਜਾਣਾ ਸੀ ਸਾਰਿਆਂ ਨੇ, ਅਤੇ ਮੈਂ ਤਾਂ ਟੂਰ 'ਤੇ ਸੀਗੀ। ਮੈਂ ਨਾਹਨ ਟੂਰ ਸੀਗੇ ਮੇਰਾ ਉਸ ਟਾਈਮ। ਫਿਰ ਉੱਥੇ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਸਵੇਰੇ, ਜਿਸ ਟਾਈਮ ਨਾਨਕ ਚੱਕ ਦੇਣ ਜਾਣਾ ਸੀ, ਬ੍ਰੇਨ ਹੈਮਰੇਜ ਹੋ ਗਿਆ। ਫਿਰ ਮੈਨੂੰ ਫੋਨ ਲੇਟ ਗਿਆ। ਫਿਰ ਉਹ ਮੇਰੇ ਘਰ ਮੇਰੇ ਦਾਦਕੇ ਕਹਿੰਦੇ ਸੀ ਵੀ ਅਸੀਂ ਇੱਥੇ ਸੰਸਕਾਰ ਕਰਨਾ, ਅਸੀਂ ਕਹਿੰਦੇ ਸੀ ਇੱਥੇ ਕਰਨਾ, ਹੈ ਨਾ। ਫਿਰ ਮੇਰੇ ਤਾਇਆ ਜੀ ਵਗੈਰਾ ਕਹਿੰਦੇ ਨਹੀਂ ਇੱਥੇ ਕਰਨਾ। ਮੈਂ ਕਿਹਾ ਨਹੀਂ ਇੱਥੇ ਕਰਨਾ, ਅਸੀਂ ਇੱਥੇ ਰਹਿੰਦੇ ਹਾਂ ਤਾਂ ਸਾਡੇ ਇੱਥੇ ਜਿਹੜੀ ਉਹ ਬੋਲ ਬਾਣੀ ਹੈ ਇੱਥੇ ਹੈ ਸਭ ਨਾਲ, ਅਤੇ ਅਸੀਂ ਉੱਥੇ ਜਾਵਾਂਗੇ ਫਿਰ ਉੱਥੇ ਸਾਨੂੰ 10 ਦਿਨ ਬਹਿਣਾ ਪਊਗਾ। ਫਿਰ ਕੌਣ ਬੈਠੂਗਾ, ਮੁੰਡੇ ਕੋਈ ਬੈਠਣਗੇ। ਫਿਰ ਅਸੀਂ ਇੱਥੇ ਲਾਂਦੀ ਸੀ ਲਾਸ਼। ਫਿਰ ਇੱਥੇ ਸੰਸਕਾਰ ਕੀਤਾ। ਫਿਰ ਉਹੀ ਆਸ਼ਾ ਉੱਥੇ ਹੀ ਹੋ ਗਈ, ਹੈ ਨਾ। ਫਿਰ ਉੱਥੇ ਹੀ ਹੋ ਗਈ। ਫਿਰ ਅਸੀਂ ਛੋਟੀ ਸਿਸਟਰ ਦਾ ਵਿਆਹ ਕਰਕੇ ਉਹਦਾ ਵਿਆਹ ਕੀਤਾ ਮੇਰੇ ਫਾਦਰ ਨੇ। ਇਹਦੇ ਫਾਦਰ ਦਾ ਵਿਆਹ ਕੀਤਾ, ਰਿਸ਼ਤਾ ਕਿੱਥੇ ਇੱਥੇ 39 'ਚ ਸੀ ਕੁੜੀ, ਉਹਦਾ ਵਿਆਹ ਕੀਤਾ। ਫਿਰ ਫਾਦਰ ਪੂਰੇ ਹੋ ਗਏ। ਫਿਰ ਉਸ ਤੋਂ ਬਾਅਦ ਫਿਰ ਗੱਡੀ ਚੱਲਦੀ ਰਹੀ ਇੱਦਾਂ ਹੀ। ਫਿਰ ਮਿਹਨਤ ਤਾਂ ਕਰਨੀ ਪੈਂਦੀ ਹੈ ਹਰ ਕੰਮ 'ਚ, ਸੰਘਰਸ਼ੀ ਜ਼ਿੰਦਗੀ ਹੈ ਨਾ ਜੀ। ਤਾਂ ਫਿਰ ਮਿਹਨਤ ਕਰਦੇ ਰਹੇ ਮਤਲਬ ਕੋਈ 35 ਸਾਲ ਬਾਅਦ ਆਏ ਸੀ ਮੇਰੇ ਫਾਦਰ, ਹੈ ਨਾ। ਫਿਰ ਉਸ ਤੋਂ ਬਾਅਦ 2 ਵਿਆਹ ਕੀਤੇ ਮੇਰੇ ਮਦਰ ਨੇ, ਫਾਦਰ ਨੇ। ਫਿਰ ਮੇਰੇ ਮਦਰ ਫਾਦਰ ਵੀ ਐਕਸਪਾਇਰ ਹੋ ਗਏ, ਦੋਨੋਂ ਹੀ ਹੋ ਗਏ। ਮੰਮੀ ਸੀਗੇ ਮੇਰੇ। ਫਿਰ ਅਸੀਂ ਇੱਕ ਕੁੜੀ ਦਾ ਵਿਆਹ ਫੇਰ ਕੀਤਾ ਡੈਡੀ ਐਕਸਪਾਇਰ ਤੋਂ ਬਾਅਦ। ਫਿਰ ਉਹ ਕੀਤਾ। ਫਿਰ ਉਸ ਤੋਂ ਬਾਅਦ ਬ੍ਰੇਕ ਤਾਂ ਲਗਾਉਣੀ ਪੈਂਦੀ ਕਿਉਂਕਿ ਖਰਚੇ ਹੁੰਦੇ ਸਾਰੇ ਵਿਆਹਾਂ 'ਚ। ਫਿਰ ਉਸ ਤੋਂ ਬਾਅਦ ਅਸੀਂ ਦੋਨੋਂ ਮਾਵਾਂ ਧੀਆਂ ਕਰਦੀਆਂ ਸੀ ਕੰਮ। ਬ੍ਰਦਰ ਵੀ ਕਰਦੇ ਸੀ ਮੇਰੇ, ਇਹ ਵੀ ਕਰਦਾ ਸੀ। ਦੋ ਬ੍ਰਦਰ ਕਰਦੇ ਸੀ ਮੇਰੇ ਕੰਮ, ਤੀਜਾ ਤਾਂ ਨਹੀਂ ਕਰਦਾ ਸੀ ਉਸ ਟਾਈਮ। ਫਿਰ ਕਿੰਨਾ ਮਕਾਨ ਬਣਾਇਆ, ਇਹਨੂੰ ਬਣਾਇਆ। ਕੇਸ ਸੀਗਾ ਮੇਰਾ, ਟੁੱਟਿਆ ਹੋਇਆ ਸੀ। ਕੇਸ ਲੜੀ ਮੈਂ 16 ਸਾਲ ਕੇਸ ਲੜੀ। ਉਸ ਤੋਂ ਬਾਅਦ ਜਿੱਤੀ ਕੇਸ। ਫਿਰ ਮਕਾਨ ਬਣਾਇਆ, ਗੌਰਮੈਂਟ ਨੇ ਪੈਸਾ ਦਿੱਤਾ ਮੈਨੂੰ, ਫਿਰ ਉਹਦੇ ਨਾਲ ਮਕਾਨ ਬਣਾਇਆ ਸੀ। ਮਕਾਨ ਬਣਾਇਆ ਫਿਰ ਮਤਲਬ ਕਿ ਹਾਂ ਮੇਰੀ ਮਦਰ ਐਕਸਪਾਇਰ ਹੋ ਗਈ ਜਦੋਂ ਬ੍ਰਦਰ ਦਾ ਵਿਆਹ ਰੱਖਿਆ ਸੀ। ਬ੍ਰਦਰ ਦਾ ਵਿਆਹ ਰੱਖਿਆ ਤਾਂ ਉੱਧਰੋਂ ਮੇਰੇ ਮਦਰ ਐਕਸਪਾਇਰ ਹੋ ਗਏ। ਮੇਰੇ ਫਾਦਰ ਤਾਂ ਹੈ ਨਹੀਂ ਸੀ ਉਸ ਟਾਈਮ। ਬ੍ਰਦਰ ਦਾ ਵਿਆਹ ਰੱਖਿਆ ਸੀ ਤਾਂ ਮੇਰੇ ਮਦਰ ਬਿਮਾਰ ਹੋ ਗਏ। ਉਸ ਟਾਈਮ ਨਵਰਾਤਰੇ ਸੀਗੇ ਤਾਂ ਮੇਰੀ ਛੋਟੀ ਸਿਸਟਰ ਆਈ ਅਤੇ ਮੇਰੇ ਮੰਮੀ ਚੁੱਪ ਹੋ ਗਏ। ਫਿਰ ਅਸੀਂ ਚੱਕਿਆ PGI ਲੈ ਗਏ, 16 'ਚ ਲੈ ਗਏ, 16 'ਚ ਲੈ ਗਏ। 16 'ਚੋਂ ਠੀਕ ਹੋ ਗਏ। ਫਿਰ ਘਰ ਲਿਆਏ ਅਸੀਂ। ਘਰ ਲਿਆਂਦਾ ਅਤੇ ਮੇਰੀ ਮੰਮੀ ਮੇਰੇ ਮਾਮਾ ਜੀ ਨੂੰ ਮਿਲੀ। ਉਸ ਤੋਂ ਬਾਅਦ ਉਹ ਕੋਮਾ 'ਚ ਚਲੇ ਗਏ। ਕੋਮਾ ਚਲੇ ਗਏ। ਫਿਰ 24 ਦਿਨ ਰਹੇ ਉਹ ਹਸਪੀਟਲ। 24 ਦਿਨ ਕੋਮਾ 'ਚ ਹੀ ਰਹੇ ਉਹ। ਫਿਰ ਉਹ ਹਸਪੀਟਲ PGI ਇਲਾਜ ਚੱਲਿਆ ਉਹਨਾਂ ਦਾ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਘਰ ਲੈ ਜਾਓ, ਜਵਾਬ ਦੇ ਦਿੱਤਾ। ਫਿਰ ਉਹ ਮਤਲਬ ਕਿ ਦੁਸਹਿਰੇ ਤੋਂ ਦੀਵਾਲੀ ਤੋਂ 1 ਦਿਨ ਪਹਿਲਾਂ, ਛੋਟੀ ਦੀਵਾਲੀ ਹੁੰਦੀ ਹੈ ਨਾ, ਉਸ ਤੋਂ ਪਹਿਲਾਂ ਪੂਰੇ ਹੋ ਗਏ ਉਹ। ਪੂਰੇ ਹੋ ਗਏ। ਫਿਰ ਮੈਰਿਜ ਫਿਰ ਉਹ ਸਾਏ ਰੱਖੇ ਹੁੰਦੇ ਨਾ, ਫਿਰ ਕਰਨੀ ਪੈਂਦੀ ਉਸ ਟਾਈਮ ਵਿਆਹ। ਜਿਸ ਟਾਈਮ ਸਾਏ ਰੱਖ ਦੋ ਤਾਂ ਫਿਰ ਅਸੀਂ ਦੀਵਾਲੀ ਤੋਂ 1 ਦਿਨ ਪਹਿਲਾਂ ਉਹਨਾਂ ਦਾ 12ਵੀਂ ਕੀਤੀ। ਫਿਰ ਉਸ ਤੋਂ ਬਾਅਦ ਬ੍ਰਦਰ ਦਾ ਵਿਆਹ ਕੀਤਾ। ਉਹ ਤਾਂ ਕਰਨਾ ਹੀ ਪੈਣਾ ਸੀ, ਕਹਿੰਦੇ ਜੋ ਸਾਏ ਬੰਨੇ ਹੁਣ ਤਾਂ ਕਰਨਾ ਪੈਂਦਾ। ਫਿਰ ਉਹ ਕੀਤਾ ਵਿਆਹ। ਮੇਰੀ ਸਿਸਟਰ ਸੀਗੀ ਸਭ ਤੋਂ ਛੋਟੀ, ਉਹਦਾ ਵਿਆਹ ਕੀਤਾ ਅਸੀਂ। ਫਿਰ ਜਿਹੜੀ ਪੱਲਾ ਫੜਾਈ ਹੁੰਦੀ ਹੈ, ਮਾਂ ਬਾਪ ਕਰਦੇ ਆ ਜਾਂ ਭਰਾ ਕਰਦੇ ਆ, ਅਤੇ ਉਹ ਫਿਰ ਮੈਂ ਕੀਤਾ ਫੇਰਿਆਂ 'ਚ ਜਿਹੜੀ ਹੁੰਦੀ ਹੈ। ਵੀ ਇਹ ਮੇਰੇ ਭੈਣ ਭਰਾ ਨਹੀਂ ਰਹੇ। ਕਹਿਣ ਦਾ ਮਤਲਬ ਮੇਰੀ ਜ਼ਿੰਦਗੀ ਦੇ ਵਿੱਚ ਇਹ ਬਦਲਾਵ ਆਇਆ ਕਿ ਮੇਰੇ ਭੈਣ ਭਰਾ ਨਹੀਂ ਰਹੇ, ਇਹ ਸਾਰੇ ਮੇਰੇ ਬੱਚੇ ਆ, ਹੈ ਨਾ। ਜੇ ਹੁਣ ਇੱਕ ਤੁਸੀਂ ਛੋਟੇ ਜਿਹੇ ਬੱਚੇ ਨੂੰ ਧੁਆਉਂਦੇ ਹੋ, ਪੋਟੀ ਕਰਵਾਉਂਦੇ ਹੋ ਜਾਂ ਸਭ ਕੁਝ ਦੇਖਦੇ ਹੋ, ਉਦੋਂ ਬੱਚਾ ਹੀ ਹੁੰਦਾ ਹੈ ਨਾ। ਉਹ ਫੀਲਿੰਗ ਤੁਹਾਡੇ 'ਚ ਆਪਣੇ ਆਪ ਹੀ ਆ ਜਾਂਦੀ ਹੈ ਨਾ। ਔਰ ਵੈਸੇ ਵੀ ਕਹਾਵਤ ਹੈ ਕਿ ਭੈਣਾਂ ਆਪਣੇ ਭਰਾਵਾਂ ਪਿੱਛੇ ਮਰਦੀਆਂ ਜਾਂ ਆਪਣੇ ਭੈਣ ਭਰਾਵਾਂ ਪਿੱਛੇ ਮਰਦੀਆਂ। ਤਾਂ ਹੁਣ ਵੀ ਜੇ ਇਹਨਾਂ ਨੂੰ ਬਾਲ ਵੀ ਵਿੰਗਾ ਹੋ ਜਾਂਦਾ ਅਤੇ ਮੈਨੂੰ ਤੜਫ ਹੁੰਦੀ ਹੈ, ਜਿਵੇਂ ਇੱਕ ਮਾਂ ਨੂੰ ਹੁੰਦੀ ਹੈ। ਫਿਰ ਵਿਆਹ ਕੀਤਾ। ਅੱਛੇ ਹੈ ਜਿਹੜੇ ਸਾਡੇ ਕੁੜਮ ਆ, ਉਹ ਵੀ ਵਧੀਆ, ਹੈ ਨਾ। ਉਹ ਤਾਂ ਇੱਦਾਂ ਹੀ ਸੋਚਦੇ ਆ ਵੀ ਇਹ ਸਾਡੀ ਕੁੜਮ ਨਹੀਂ ਹੈ,
ਮੇਰੀ ਭੈਣ ਦੇ ਸਹੁਰੇ ਕਹਿੰਦੇ ਅਸੀਂ ਨਹੀਂ ਤੈਨੂੰ ਔਰਤ ਨਹੀਂ ਮੰਨਦੇ, ਵੀ ਮਰਦ ਹੀ ਮੰਨਦੇ ਆ ਅਸੀਂ, ਵੀ ਤੂੰ ਸਾਰਾ ਕੰਮ ਆਪ ਕਰਦੀ ਆ ਆਪ, ਔਰ ਕੀਤਾ ਵੀ ਹੈ ਮੈਂ, ਸਾਰੀ ਕਲੋਨੀ ਨੂੰ ਪਤਾ ਆਪ ਕੀਤਾ। ਈਵਨ ਇੱਥੋਂ ਦੇ ਖੁਸਰੇ ਵੀ ਕਹਿੰਦੇ ਆ ਮੇਰੀਆਂ ਭਰਜਾਈਆਂ ਨੂੰ ਵੀ ਜੇ ਇਹਨੂੰ ਤੁਸੀਂ ਦੁਖੀ ਕੀਤਾ ਨਾ ਤਾਂ ਅਸੀਂ ਤੁਹਾਨੂੰ ਛੱਡਣਾ ਨਹੀਂ ਹੈਗਾ। ਮਤਲਬ ਕਿ ਸਭ ਨੂੰ ਪਤਾ ਹੈ ਕਲੋਨੀ ਦੇ ਵਿੱਚ ਕਿ ਆਸ਼ਾ ਕਿੱਦਾਂ ਦੀ ਹੈ। ਅੱਛਾ, ਤੁਸੀਂ ਕਹਿੰਦੇ ਜਿਹੜੇ ਤੁਹਾਡੇ ਜੀਜੇ ਲੱਗਦੇ ਹਨਾ, ਪਰ ਤੁਸੀਂ ਉਹਨਾਂ ਨੂੰ ਜਵਾਈ ਮੰਨਦੇ? ਉਹ ਮੇਰੇ ਜੀਜੇ ਨਹੀਂ, ਉਹ ਮੇਰੇ ਜਵਾਈ ਹੈ। ਉਹ ਵੀ ਮੈਨੂੰ ਆਪਣਾ ਸਹੁਰਾ ਸਾਹਿਬ ਜਾਂ ਸੱਸ ਸਾਹਿਬ ਹੀ ਮੰਨਦੇ ਆ। ਅੱਛਾ, ਹਾਂ, ਸਹੁਰਾ ਵੀ ਕਹਿ ਦਿੰਦੇ ਆ ਕਿ ਜਦੋਂ ਬੈਠੇ ਹੁੰਦੇ ਤਾਂ ਕਹਿੰਦੇ ਸਾਡਾ ਸਹੁਰਾ ਹੈ। ਅੱਛਾ, ਕੋਈ ਵੀ ਡਿਮਾਂਡ ਹੋਏ ਅਸੀਂ ਪੂਰੀ ਕਰ ਦਿੰਦਾ ਸਾਡਾ। ਕਹਿੰਦੇ ਆ ਵੀ ਜਦ ਕੋਈ ਵੀ ਲੋੜ ਹੋਏ ਤਾਂ ਪੂਰੀ ਕਰ ਦਿੰਦੀ ਹੈ ਇਹ, ਹੈ ਨਾ। ਅਤੇ ਜਦੋਂ ਜਾਈਦਾ ਤੇ ਅਗਲੇ ਮੇਰੀ ਇੱਜ਼ਤ ਵੀ ਕਰਦੇ। ਬਹੁਤ ਘੱਟ ਜਾਂਦੀ ਹਾਂ, ਬਹੁਤ ਘੱਟ ਜਾਂਦੀ ਹਾਂ, ਹੈ ਨਾ। ਫਿਰ ਪਰਮਾਤਮਾ ਨੂੰ ਮੈਡਮ ਜੋ ਮਨਜ਼ੂਰ ਹੁੰਦਾ ਹੀ ਹੁੰਦਾ। ਅਤੇ ਮੈਂ ਸੋਚ ਰਹੀ ਸੀ, ਮੈਂ ਕਿਹਾ ਮੈਂ ਸੰਨਿਆਸ ਲੈ ਲੈਣਾ। ਹੁਣੇ ਵਿਆਹੇ ਗਏ ਸਾਰੇ, ਛੋਟੇ ਬ੍ਰਦਰ ਦਾ ਪਾਣੀ ਵਾਰ ਕੇ ਪੀਤਾ, ਵਿੱਚ ਵਾਲੇ ਦਾ ਪਾਣੀ ਵਾਰ ਕੇ ਪੀਤਾ, ਫਿਰ ਬ੍ਰਦਰ ਦਾ ਵਿਆਹ ਕੀਤਾ, ਸਿਸਟਰ ਦਾ ਪਹਿਲੇ ਕਰਤਾ, ਫਿਰ ਬ੍ਰਦਰ ਦਾ ਕੀਤਾ। ਫਿਰ ਜਿਸ ਟਾਈਮ ਹੁੰਦੇ ਗੱਲਬਾਤ ਕਰਨੀ ਹੁੰਦੀ ਹੈ, ਮੈਂ ਇੱਕੋ ਹੀ ਡਿਮਾਂਡ ਰੱਖੀ, ਮੈਨੂੰ ਦਾਜ ਨਹੀਂ ਚਾਹੀਦਾ, ਵੀ ਵੋਟੀਆਂ ਦਾ ਦਾਜ ਨਹੀਂ ਚਾਹੀਦਾ। ਵੋਟੀਆਂ ਮੈਨੂੰ ਇੱਦਾਂ ਦੀਆਂ ਚਾਹੀਦੀਆਂ ਕਿ ਮੈਨੂੰ ਜਵਾਬ ਨਾ ਦੇਣ। ਹੋ ਸਕਦਾ ਕਦੀ ਮੈਂ ਵੀ ਗਲਤ ਝਿੜਕ ਦੇਵਾਂ, ਇਹ ਵੀ ਕੋਈ ਜ਼ਰੂਰੀ ਹੈ ਕਿ ਮੈਂ ਬਹੁਤ ਵੱਡੀ ਹਾਂ, ਮੈਂ ਗਲਤ ਵੀ ਝਿੜਕ ਸਕਦੀ ਹਾਂ, ਪਰ ਬਰਦਾਸ਼ਤ ਕਰਨਾ ਕਿ ਮੈਂ ਜਵਾਬ ਨਹੀਂ ਮੰਨਣਾ। ਖਾਣ ਪੀਣ ਦੀ ਕੋਈ ਉਹ ਨਹੀਂ ਹੈ, ਪੂਰੇ ਸ਼ੌਂਕ ਕੀਤੇ ਮੈਂ ਇਹਨਾਂ ਦੇ, ਜੇਵਰ ਨਾ ਜੇਵਰ ਬਣਾਇਆ। ਹੁਣ ਵੀ ਜੋ ਖਾਣਾ ਖਾਓ ਪੀਓ, ਕਦੀ ਇਹਨਾਂ ਦੇ ਕਮਰਿਆਂ 'ਚ ਨਹੀਂ ਵੜੀ ਮੈਂ ਜਾ ਕੇ, ਉੱਦਾਂ ਵੀ ਜੋ ਜੀ ਰਹੇ ਆਪਣੀ ਲਾਈਫ ਜੀਣ, ਹੈ ਨਾ। ਪਰ ਮੈਂ ਜਵਾਬ ਨਹੀਂ ਮੰਨਦੀ। ਦਾਜ ਮੈਨੂੰ ਚਾਹੀਦਾ ਨਹੀਂ, ਦਾਜ ਮੈਂ ਕਿਸੇ ਦਾ ਵੀ ਨਹੀਂ ਲਿੱਤਾ, ਬਿਲਕੁਲ। ਨੋਹਾਂ ਬਣਾ ਕੇ ਲਿਆਂਦੀਆਂ ਜੀ ਭਾਬੀਆਂ, ਮੈਂ ਮੰਨਦੀ ਨਹੀਂ ਨਾ, ਉਹ ਮੈਨੂੰ ਮੰਨਦੀਆਂ, ਹੈ ਨਾ। ਕੋਈ ਵੀ ਕੀ ਕਹਿ ਕੇ ਬੁਲਾਉਂਦੇ? ਮੈਨੂੰ ਦੀਦੀ ਕਹਿ ਕੇ ਬੁਲਾਉਂਦੀਆਂ, ਪਰ ਮਤਲਬ ਕਿ ਜਿਹੜਾ ਰਿਸ਼ਤਾ ਹੈ ਨਾ ਉਹ ਸੱਸ ਦੀ ਜਗ੍ਹਾ 'ਤੇ ਹੀ ਰੱਖਦੀਆਂ। ਵਰਤ ਆਉਂਦੇ ਆ ਸਾਰੇ ਮੈਨੂੰ ਹੀ ਦਿੰਦੇ ਆ ਮੰਸ ਕੇ। ਔਰ ਹਾਂ, ਸਾਡੇ ਨਾ ਵਿਆਹ ਦੇ ਵਿੱਚ ਹੁੰਦਾ, ਮੁੰਡਾ ਜਦੋਂ ਹੁੰਦਾ ਨਾ ਉਹਦੇ ਸੂਤੜੇ ਪੈਂਦੇ, ਤੁਹਾਡੇ ਵੀ ਪੈਂਦੇ ਹੋਣੇ। ਪੈਂਦੇ ਤਾਂ ਉਹ ਮਤਲਬ ਛੋਟੇ ਹੋਣ 'ਤੇ ਹੀ ਹੈ, ਫਿਰ ਨਹੀਂ ਪਾਏ ਉਹਨਾਂ ਨੇ, ਫਿਰ ਵਿਆਹ 'ਚ ਪਾਣੇ ਪਏ ਸਾਨੂੰ। ਉਹਦੇ 'ਚ ਵਿਆਹ ਵੱਕਣ ਹੀ ਹੁੰਦਾ, ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ। ਫਿਰ ਉਹ ਸੂਤੜੇ ਜਿਹੜੇ ਹੁੰਦੇ ਆ ਨਾ, ਉਹ ਸੂਤ ਜਿਹੜਾ ਹੁੰਦਾ ਉਹ ਮਾਂ ਦੇ ਗਲੇ 'ਚ ਪੈਂਦਾ। ਅਤੇ ਉਹ ਵੀ ਆਸ਼ਾ ਦੇ ਗਲੇ 'ਚ ਹੀ ਪਿਆ, ਵੀ ਆਸ਼ਾ ਹੀ ਮਾਂ ਆ ਹੁਣ ਇਸ ਟਾਈਮ। ਅਤੇ ਫਿਰ ਘੋੜੀ ਚੜ੍ਹਾਈ, ਹੈ ਨਾ, ਜਿਹੜੀਆਂ ਰਸਮਾਂ ਸਾਰੀਆਂ ਮੈਂ ਖੁਦ ਕਰਵਾਈਆਂ। ਫਿਰ ਪਾਣੀ ਵਾਰਨ ਦੀ ਵਾਰੀ ਆਈ, ਜਦੋਂ ਵੋਟੀ ਆਈ ਉਹ ਵੀ ਫਿਰ ਮੈਨੂੰ ਹੀ ਵਾਰ ਕੇ ਪੀਣਾ ਪਿਆ। ਥੋੜ੍ਹਾ ਮਨ ਤਾਂ ਦੁਖੀ ਹੁੰਦਾ ਵੀ ਮੈਂ ਪਤਾ ਨਹੀਂ ਇਹਨਾਂ ਦਾ ਕਿੰਨਾ ਕੁ ਕਰਜ਼ਾ ਦੇਣਾ ਹੈ, ਵੀ ਜਿਹੜਾ ਸਭ ਕੁਝ ਮੈਨੂੰ ਹੀ ਕਰਨਾ ਪੈ ਰਿਹਾ, ਜਦ ਕਿ ਮਾਂ ਬਾਪ ਨੂੰ ਕਰਨਾ ਚਾਹੀਦਾ, ਹੈ ਨਾ। ਤਾਂ ਉਹ ਸ਼ਾਇਦ ਲੋਕੀ ਕਹਿੰਦੇ ਵਿਆਹ ਕਰਾ ਲੈ, ਵਿਆਹ ਕਰਾ ਲੈ। ਵਿਆਹ ਕੀ ਕਰਾਵਾਂ? ਜਿਹੜੇ ਵਿਆਹ ਤੋਂ ਬਾਅਦ ਕੰਮ ਕਰਨੇ ਉਹ ਤਾਂ ਮੈਂ ਕਰ ਰਹੀ ਹਾਂ ਨਾ ਆਪਣੀ ਜ਼ਿੰਦਗੀ 'ਚ। ਭੈਣਾਂ ਨੂੰ ਵਿਆਹਿਆ, ਉਹਨਾਂ ਦੇ ਪੱਲੇ ਫੜਾਣੇ, ਕੱਲ੍ਹ ਨੂੰ ਜਵਾਈ ਆਏ ਉਹਨਾਂ ਨੂੰ ਦੇਖਣਾ, ਹੈ ਨਾ, ਕਿਵੇਂ ਬਿਠਾਉਣਾ, ਕਿੱਥੇ ਬਿਠਾਉਣਾ, ਉਹ ਸਾਰਾ ਮੇਰੀ ਰਿਸਪੋਂਸੀਬਿਲਿਟੀ ਹੈ ਨਾ। ਮੇਰੇ ਮੁੰਡਿਆਂ ਨੂੰ ਹਾਲੇ ਤੱਕ ਨਹੀਂ ਪਤਾ, ਮੇਰੇ ਮੁੰਡੇ ਮਤਲਬ ਕਿ ਮੇਰੇ ਬ੍ਰਦਰ, ਉਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਕੌਣ ਆ ਰਿਹਾ, ਉਹਨੂੰ ਕੀ ਦੇਣਾ। ਅੱਛਾ, ਉਹ ਤੁਹਾਡੇ ਤੋਂ ਹੀ ਕਰਵਾਉਂਦੇ? ਹਾਂ, ਤੁਹਾਨੂੰ ਪਤਾ ਸਾਰਾ? ਮੈਨੂੰ ਪਤਾ ਸਾਰਾ ਕੁਝ, ਹੈ ਨਾ। ਹੁਣ ਮੈਂ ਕਹਿੰਦੀ ਹਾਂ ਤੁਸੀਂ ਦੇਖ ਲਓ ਵੀ ਜਿਵੇਂ ਸਾਡੇ ਜੰਮੂ 'ਚ ਸਾਡੀ ਕੁਲਜਾ ਹੈ, ਮੈਂ ਇਹਨਾਂ ਨੂੰ ਕਹਿੰਦੀ ਹਾਂ ਤੁਸੀਂ ਵੋਟੇ ਨੂੰ ਦੇਖ ਲਓ ਬਈ, ਕੱਲ੍ਹ ਨੂੰ ਜੇ ਮੈਂ ਨਹੀਂ ਰਹੂੰਗੀ ਫਿਰ ਤੁਹਾਨੂੰ ਹੀ ਕਰਨਾ ਪੈਣਾ ਇਹ ਸਭ ਕੁਛ, ਹੈ ਨਾ। ਦੇਵੀ ਦੇਵਤੇ ਤਾਂ ਮਨਾਉਣਾ, ਤੁਸੀਂ ਹੁਣੇ ਹੀ ਦੇਖ ਲਓ, ਹੈ ਨਾ ਜੀ। ਫਿਰ ਹੁਣ ਮੈਂ ਇਹਨਾਂ ਨੂੰ ਸਮਝਾਉਂਦੀ ਹਾਂ, ਇੱਕ ਵੱਡੇ ਹੋਣ ਦੇ ਨਾਤੇ ਵੱਡੀ ਹਾਂ ਮੈਂ। ਹੁਣ ਕਈ ਲੋਕ ਕਹਿੰਦੇ ਜਿਹੜਾ ਵਿਆਹ ਨਹੀਂ ਕਰਾਉਂਦਾ ਉਹ ਕੀ ਬਣ ਜਾਂਦਾ ਪਤਾ ਨਹੀਂ। ਮੈਂ ਕਿਹਾ ਮੈਂ ਤਾਂ ਪਰਮਾਤਮਾ ਨੂੰ ਕਹਿੰਦੀ ਮੈਨੂੰ ਕੁਛ ਨਹੀਂ ਚਾਹੀਦਾ, ਕਿਸੇ ਮੰਦਿਰ ਗੁਰਦੁਆਰੇ 'ਚ ਚਾਹਾਂ, ਮੈਨੂੰ ਕੁਛ ਨਹੀਂ ਚਾਹੀਦਾ, ਬਸ ਮੈਨੂੰ ਮੁਕਤੀ ਚਾਹੀਦੀ ਹੈ। ਮੁਕਤੀ ਤਾਂ ਦਊਗਾ, ਹੋਰ ਨਹੀਂ ਉਹਨੇ ਮੈਨੂੰ ਕੁਛ ਦਿੱਤਾ ਤਾਂ, ਹੈ ਨਾ ਜੀ। ਆਪਣੇ ਮਨ ਦੀ ਹੁੰਦੀ ਹੈ। ਵਿਆਹ ਜ਼ਰੂਰੀ ਨਹੀਂ ਹੈ ਵਿਆਹ ਕਰਾਉਣਾ, ਹੈ ਨਾ। ਵਿਆਹ ਵੀ ਜ਼ਰੂਰੀ ਹੈ, ਮੈਂ ਨਹੀਂ ਕਹਾਂਗੀ ਕੁੜੀਆਂ ਨੂੰ ਕੋਈ ਵੀ ਨਹੀਂ ਕਰਵਾਉਣਾ, ਵਿਆਹ ਵੀ ਜ਼ਰੂਰੀ ਹੈ, ਪਰ ਆਪਣੀ ਪ੍ਰੋਬਲਮ ਨੂੰ ਸਮਝਣਾ ਜਾਂ ਆਪਣੇ ਆਪ ਨੂੰ ਉਸ ਸਟੈਂਡ 'ਤੇ ਲਿਆਉਣਾ, ਤਾਂ ਫਿਰ ਉਸੇ ਸਟੈਂਡ 'ਤੇ ਰਹੋ, ਹੈ ਨਾ। ਵੀ ਆਪਣਾ ਘਰ-ਬਾਰ ਦੇਖੋ। ਔਰ ਮੇਰਾ ਖਿਆਲ ਹੈ ਕਿ ਇੱਕ ਔਰਤ ਹੀ ਉਸ ਘਰ ਨੂੰ ਸੰਭਾਲ ਸਕਦੀ ਹੈ, ਹਾਲਾਂਕਿ ਮਰਦ ਨਹੀਂ ਸੰਭਾਲ ਸਕਦਾ। ਜੇ ਕਿਸੇ ਦਾ ਜਾਂ ਵਾਈਫ ਮਰ ਜਾਂਦੀ ਹੈ ਜਾਂ ਮਰਦ, ਉਹ ਬੱਚੇ ਨਹੀਂ ਪਾਲ ਸਕੇਗਾ। ਬਹੁਤ ਘੱਟ ਹੈ, 100 ਚੋਂ 1% ਲੋਕ ਹੈ ਮਰਦ ਜਿਹੜੇ ਬੱਚੇ ਪਾਲ ਲੈਂਦੇ। ਇੱਕ ਔਰਤ ਜਿਹੜੀ ਹੈ ਉਹ ਬੱਚੇ ਪਾਲ ਲੈਂਦੀ ਹੈ, ਚਾਹੇ ਉਹ ਭਾਂਡੇ ਮਾਂਜ ਕੇ ਪਾਲੇ, ਚਾਹੇ ਉਹ ਪੀਅਨ ਬਣ ਕੇ ਪਾਲੇ, ਚਾਹੇ ਉਹ ਕੁਛ ਵੀ ਕਰਕੇ ਪਾਲੇ। ਪਰ ਅੱਜ ਦੀ ਯੁੱਗ ਦੀ ਔਰਤ ਤਾਂ ਬਹੁਤ ਸਟਰੋਂਗ ਹੈ। ਪਰ ਜਿਸ ਟਾਈਮ ਸਾਡਾ ਸੀਗਾ ਉਸ ਟਾਈਮ ਤਾਂ ਫੈਕਟਰੀਆਂ 'ਚ ਤਨਖਾਹਾਂ ਵੀ ਥੋੜ੍ਹੀਆਂ ਸੀ, ਪਰ ਫਿਰ ਵੀ ਭਾਂਡੇ ਮਾਂਜ ਕੇ ਕੱਪੜੇ ਧੋ ਕੇ ਹੀ
ਅਸੀਂ ਇੰਨਾ ਪੜ੍ਹਾ ਲਿਖਾ ਦਿੱਤਾ ਬੱਚਿਆਂ ਨੂੰ ਕਿ ਆਪਣੇ ਪੈਰਾਂ ਤੇ ਖੜੇ ਹੋ ਜਾਣ। ਹੁਣ ਖੜੇ ਤਾਂ ਇੰਨਾ ਹੀ ਹੋਣਾ ਹੈ ਨਾ, ਵੱਡੇ ਲੈਵਲ ਤੇ ਤਾਂ ਨਹੀਂ ਜਾ ਸਕੇ ਕਿਉਂਕਿ ਇੰਨਾ ਪੈਸਾ ਨਹੀਂ ਸੀ, ਉੱਥੋਂ ਤੱਕ ਪਹੁੰਚ ਨਹੀਂ ਸਕੇ। ਪਰ ਅਸੀਂ ਫਿਰ ਵੀ ਖੁਸ਼ ਹਾਂ, ਉਸ ਪਰਮਾਤਮਾ ਨੂੰ ਸ਼ੁਕਰ ਕਰਦੇ ਹਾਂ ਵੀ ਰੋਟੀ ਖਾਣ ਜੋਗੇ ਕੀਤਾ ਹੋਇਆ ਸਾਨੂੰ, ਹੈ ਨਾ। ਟੈਕਨੀਕਲ ਵੀ ਬੱਚਿਆਂ ਨੇ ਸਿੱਖ ਲਿਆ, ਚਲੋ ਟੈਕਨੀਕਲ ਕੰਮ ਵੀ ਸਭ ਤੋਂ ਵਧੀਆ। ਜੇ ਕਿਧਰੇ ਬੈਠ ਜਾਓਗੇ ਤਾਂ 1500 ਨਹੀਂ ਛੱਡੋਗੇ, ਤੁਸੀਂ ਕਮਾ ਹੀ ਲੋਗੇ, ਹੈ ਨਾ। ਬਾਕੀ ਜੋ ਜ਼ਿੰਦਗੀ ਹੈ ਜਿੱਦਾਂ ਨਿਕਲ ਰਹੀ ਹੈ ਠੀਕ ਹੈ। ਇਹ ਹੈ ਹੁਣ ਇਹਨੂੰ ਕਹਿੰਦੇ ਹਾਂ ਆਪਾਂ ਭਤੀਜੀ ਨੂੰ ਵੀ ਪੜ੍ਹ ਲੈ, ਹੋਰ ਅੱਗੇ ਪੜ੍ਹ ਲੈ। ਜੋ ਇਹਨਾਂ ਦਾ ਟਾਈਮ ਇਹਨਾਂ ਨੂੰ ਤਾਂ ਕਿਸੇ ਚੀਜ਼ ਦੀ ਕਮੀ ਆਉਣ ਨਹੀਂ ਦਿੱਤੀ। ਜਿਹੜਾ ਸਾਡਾ ਟਾਈਮ ਸੀ ਸਾਨੂੰ ਤਾਂ ਵਰਦੀਆਂ ਵੀ ਦੇਖਣੀਆਂ ਪੈਂਦੀਆਂ ਸੀ, ਹੈ ਨਾ, ਕੱਪੜੇ ਵੀ ਦੇਖਣੇ ਪੈਂਦੇ ਸੀ, ਸਕੂਲ ਤੋਂ ਡਰੈਸਾਂ ਮਿਲਦੀਆਂ ਸੀ ਉਸ ਟਾਈਮ, ਪਲਾਸਟਿਕ ਦੇ ਜੁੱਤੇ ਉਹੀ ਪਾ ਕੇ ਅਸੀਂ ਗੁਜ਼ਾਰਾ ਕੀਤਾ, ਹੈ ਨਾ। ਫੀਸ ਸੀ ਉਹ ਵੀ ਪ੍ਰਧਾਨ ਨੇ ਮਾफ़ ਕਰਵਾਤੀ ਸੀ, 25 ਪੈਸੇ ਵੀ ਦੀ ਔਕਾਤ ਨਹੀਂ ਸੀ ਸਾਡੀ। ਅੱਜ ਤਾਂ ਚਲੋ ਪਰਮਾਤਮਾ ਨੇ ਇੰਨਾ ਕੀਤਾ ਕਿ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਹਾਂ, ਪੜ੍ਹਨਗੇ ਤਾਂ ਇਹਨਾਂ ਦੀ ਕੁਝ ਜ਼ਿੰਦਗੀ ਬਣੇਗੀ। ਪੜ੍ਹਾਈ ਤਾਂ ਇੱਕ ਵਿੱਦਿਆ ਹੈ, ਜਿੰਨਾ ਤੁਸੀਂ ਪੜ੍ਹੋਗੇ ਤੁਹਾਡੇ ਕੰਮ ਆਏਗੀ, ਸਾਡੇ ਕੰਮ ਨਹੀਂ ਆਏਗੀ, ਹੈ ਨਾ। ਹੁਣ ਤਾਂ ਵੀ ਮਤਲਬ ਕਿ ਅਸੀਂ 6 ਵਿਆਹ ਕੀਤੇ, 6 ਵਿਆਹ ਕੀਤੇ, ਸਭ ਦੇ ਬੱਚੇ ਹੈ। ਇੱਕ ਬ੍ਰਦਰ ਦੇ ਵੀ ਇੱਕ ਲੜਕੀ ਇੱਕ ਲੜਕਾ, ਦੂਜੇ ਦੇ ਵੀ ਇੱਕ ਲੜਕੀ ਇੱਕ ਲੜਕਾ, ਸਿਸਟਰ ਦੇ ਵੀ ਇੱਕ ਲੜਕੀ ਇੱਕ ਲੜਕਾ, ਇੱਕ ਦੇ 3 ਕੁੜੀਆਂ, ਉਹ ਸਮਝ ਲਓ 3 ਨਾਨਕ ਚਿੱਕਾਂ ਫੇਰ ਖੜੀਆਂ, ਹੈ ਨਾ। ਇੱਕ ਇਹ ਹੈ ਹੁਣ ਇਹਦੀ ਟੈਨਸ਼ਨ ਹੈ ਵੀ ਇਹ ਕਿਧਰੇ ਸੈਟਲ ਹੋ ਜਾਵੇ, ਇਹਦਾ ਅੱਛੇ ਘਰ ਵਿਆਹ ਹੋ ਜੇ। ਅੱਛਾ, ਤੁਹਾਡੇ ਫਾਦਰ ਸਾਹਿਬ ਦੀ ਡੈਥ ਕਿੱਦਾਂ ਹੁੰਦੀ ਆ? ਮੈਮ ਉਹ ਨਾ ਮਤਲਬ ਜਿੱਦਾਂ ਮਤਲਬ ਇੰਨੇ ਸਾਲਾਂ 'ਚ ਮਤਲਬ ਮੈਂ ਪਹਿਲੀ ਵਾਰੀ ਜਾਂ ਮੇਰੀ ਬੂਆ ਨੇ ਪਹਿਲੀ ਵਾਰੀ ਦੇਖਿਆ ਸੀ ਮੇਰੇ ਮੰਮੀ ਪਾਪਾ ਨੇ ਇਕੱਠੇ ਰੋਟੀ ਖਾਈ। ਮਤਲਬ ਜਦ ਤੋਂ ਮੈਂ ਹੋਈ ਹਾਂ ਜਦ ਤੋਂ ਹਲੇ ਤੱਕ ਮੈਂ ਜਦ ਤੱਕ ਦੇਖੇ ਮੇਰੇ ਫਾਦਰ ਔਰ ਮਦਰ ਨੇ ਕਦੀ ਰੋਟੀ ਇਕੱਠੇ ਨਹੀਂ ਖਾਈ ਸੀ। ਮਤਲਬ ਖਾਈ ਉਸ ਤੋਂ ਬਾਅਦ ਸੋ ਗਏ ਕਿ ਉਹਨਾਂ ਨੂੰ ਮਤਲਬ ਮੰਮੀ ਨੂੰ ਕਿਹਾ ਕਿ ਮੇਰੇ ਗੈਸ ਹੋ ਰਹੀ ਹੈ, ਮੈਨੂੰ ਲੱਗ ਰਿਹਾ ਮਤਲਬ ਮੈਂ ਦਵਾਈ ਖਾ ਕੇ ਸੋ ਗਏ। ਫਿਰ ਇੱਕਦਮ ਰਾਤ ਨੂੰ ਮਤਲਬ ਉੱਠੇ, ਫਰੈਸ਼ ਹੋਣ ਗਏ ਆ, ਵਾਸ਼ਰੂਮ 'ਚੋਂ ਬਾਹਰ ਨਿਕਲੇ, ਜਿੱਦਾਂ ਹੀ ਹੱਥ ਧੋਣ ਲੱਗੇ ਉੱਦਾਂ ਹੀ ਡਿੱਗ ਗਏ, ਮਤਲਬ ਬਾਹਰ ਹੀ ਡਿੱਗੇ। ਔਰ ਜਦ ਅਸੀਂ ਮਤਲਬ ਪਾਣੀ ਪੂਣੀ ਵਿੱਚ ਪਾਇਆ, ਮਤਲਬ ਕੁਛ ਨਹੀਂ ਕਰ ਰਹੇ ਸੀ। ਫਿਰ ਮੇਰੇ ਚਾਚੂ ਹੈ ਜਿਹੜੇ ਮਤਲਬ ਸਭ ਤੋਂ ਛੋਟੇ ਚਾਚੂ ਹੈ, ਫਿਰ ਉਹ ਫਟਾਫਟ ਗੱਡੀ ਲੈ ਕੇ ਆਏ, ਮਤਲਬ 5 ਮਿੰਟ ਦੇ ਅੰਦਰ ਅੰਦਰ ਹੌਸਪੀਟਲ ਲੈ ਗਏ ਸੀ। ਫਿਰ ਉੱਥੇ ਜਾ ਕੇ ਮਤਲਬ ਉਹਨਾਂ ਨੇ ਕਹਿ ਦਿੱਤਾ ਕਿ ਹੈ ਨਹੀਂ ਹੈ, ਮਤਲਬ ਉਹਨਾਂ ਨੇ ਟੈਸਟ ਵਗੈਰਾ ਕੀਤੇ। ਫਿਰ ਮਤਲਬ ਉਸ ਤੋਂ ਬਾਅਦ ਮਤਲਬ ਫਿਰ ਕਾਫੀ ਕੰਪਲੀਕੇਸ਼ਨਸ ਆਈਆਂ ਸੀ ਮਤਲਬ ਸਾਡੀ ਲਾਈਫ 'ਚ। ਉਸ ਤੋਂ ਬਾਅਦ ਫਿਰ ਮਤਲਬ ਮੇਰੀ ਬੂਆ ਨੇ ਮੇਰੀ ਮੰਮੀ ਨੂੰ ਵੀ ਕਿਹਾ ਕਿ ਜੇ ਤੂੰ ਵਿਆਹ ਕਰਾਉਣਾ ਕਰਾ ਲਾ, ਮਤਲਬ ਅਸੀਂ ਮਤਲਬ ਕੁੜੀ ਸਾਂਭ ਲਾਂਗੇ। ਮਤਲਬ ਮੇਰੀ ਬੂਆ ਨੇ ਮਤਲਬ ਨਹੀਂ ਸਾਰੇ ਸਾਹਮਣੇ ਹੀ ਕਹਿਤਾ ਸੀ, ਮੇਰੀ ਨਾਨੀ ਉਰੇ ਮਤਲਬ ਕਹਿੰਦੇ ਸੀ ਕਿ ਅਸੀਂ ਆਪਣੀ ਕੁੜੀ ਦਾ ਵਿਆਹ ਕਰਨਾ ਹੈ, ਮਤਲਬ ਇੱਦਾਂ ਹੈ ਇਹ ਵੋ। ਤਾਂ ਮੇਰੀ ਬੂਆ ਕਹਿੰਦੀ ਸੀ ਕੋਈ ਨਹੀਂ, ਮਤਲਬ ਤੁਸੀਂ ਕਰਾ ਲਓ, ਜੇ ਇਹਨੇ ਕਰਾਉਣਾ ਤਾਂ ਕਰਾ ਦਿਓ, ਮਤਲਬ ਕੋਈ ਉਹ ਨਹੀਂ ਹੈ। ਪਰ ਮੇਰੀ ਮੰਮੀ ਨੇ ਨਹੀਂ ਕਰਾਇਆ। ਮੇਰੀ ਮੰਮੀ ਕਹਿੰਦੀ ਨਹੀਂ ਮੈਂ ਮਤਲਬ ਇਹਨੂੰ ਹੀ ਸਾਂਭਣਾ ਹੈ, ਮਤਲਬ ਜੋ ਵੀ ਜਿੱਦਾਂ ਵੀ ਹੈ। ਫਿਰ ਮਤਲਬ ਮੇਰੀ ਬੂਆ ਔਰ ਮੇਰੀ ਮੰਮੀ ਨੇ ਨਾ ਬਹੁਤ ਮਤਲਬ ਚੀਜ਼ਾਂ ਦੇਖੀਆਂ, ਮਤਲਬ ਬਹੁਤ ਲੋਕਾਂ ਨੇ ਕੁਛ ਕਿਹਾ। ਉਸ ਤੋਂ ਬਾਅਦ ਮਤਲਬ ਕਾਫੀ ਦਿੱਕਤਾਂ ਦੇਖੀਆਂ। ਉਸ ਤੋਂ ਬਾਅਦ ਮੈਨੂੰ ਵੀ ਪੜ੍ਹਾਇਆ। ਮੈਨੂੰ ਜਿੱਦਾਂ ਮੈਂ ਮਤਲਬ ਮੋਤੀ ਰਾਮ 'ਚ ਪੜ੍ਹੀ ਹੈ, ਫਿਰ ਮੈਨੂੰ ਉੱਥੇ ਪ੍ਰਾਈਵੇਟ ਸਕੂਲ 'ਚ ਪੜ੍ਹਾਇਆ। ਫਿਰ ਮੈਨੂੰ ਮੈਡੀਕਲ ਦੀ ਪੜ੍ਹਾਈ ਕਰਾਈ। ਮਤਲਬ ਕਾफ़ी चीज़ा फेस करने तो बाद भी मैनू मतलब किसी चीज़ की कमी नहीं आती थी। मैनू एक्टिवा भी लेके दी, मैनू मतलब चीज़ा भी काफ़ी सारी चीज़ा लेके दी, मतलब कपड़े ना कपड़ा, चीज़ा ना चीज़ा, मतलब हर चीज़, मतलब फ़ोन, ये मतलब जो भी एक बच्चे की नीड होंगी है उस हले तक भी पूरी करते हैं। मतलब काफ़ी चीज़ां है जी, मतलब मेरी मतलब मम्मी तो ज़्यादा मतलब बुआ ने की है कि मतलब हर चीज़ करनी, मतलब इन्ना मेरे पापा ने भी नहीं किया होना कि मतलब जिन्ना मेरी बुआ ने किया कि हाँ मतलब मुँह तो बाद चों कटो तो चीज़ पहला मिल जाती है। मतलब बुआ बहुत करती है, बुआ मेरा नहीं मतलब बुआ करती सारा, पर मेरे तो मेरा सब तो ज़्यादा करते हैं मतलब न्याणिया चो। मतलब बुआ ने उस तो बाद थोड़ी जी मतलब हो गई सी कि हाँ मतलब पापा के जान तो बाद थोड़ी जी मतलब हो गया सी। हले भी मतलब रो पैंदे, हले असी मतलब थोड़ा कंट्रोल कर लेंगे, पर ये मतलब वो बाकी सारी चीज़ां कंट्रोल कर लेंगे पर वो नहीं कर पाते कि हाँ मतलब मम्मी नूं देख के कई बार मैनू देख के मतलब इन्हों हो जाता है कि हाँ मतलब इदा। हले भी मम्मी नूं कह देंगे कि तू करा लै कोई नहीं, मतलब पर मेरी मम्मी भी थोड़ी है मतलब अच्छी है कि मतलब जॉब भी करते, एनफोर्समेंट डिपार्टमेंट से जॉब करते हैं, मतलब दोनों मेरे ना काफ़ी वो करते हैं, प्यार करते हैं, मतलब हाँ कि तू पढ़, बस तू पढ़ लै। ਜਿੱਦਾਂ ਇਹਨਾਂ ਨੇ ਤੁਹਾਡੇ ਫਾਦਰ ਸਾਹਿਬ ਨੂੰ ਬੱਚਿਆਂ ਦੀ ਤਰ੍ਹਾਂ ਟਰੀਟ ਕਰਦੇ, ਤੁਸੀਂ ਵੀ ਇਹਨਾਂ ਨੂੰ ਦਾਦੀ ਵਾਂਗ ਮੰਨਦੇ ਹੋ? नहीं मेरी तो मम्मी है, दादी भी नहीं है, बुआ भी नहीं है, मम्मी है। जिदा मैं मतलब सब तो ज़्यादा मैं इन्होंने ही लड़ती हाँ घर च, सब तो ज़्यादा बहुत लड़ती हाँ मैं इन्होंने,
ਪਿਆਰ ਵੀ ਉਨਾ ਹੀ। ਸਭ ਤੋਂ ਜ਼ਿਆਦਾ ਮੈਂ ਇਹਨਾਂ ਨਾਲ ਲੜਦੀ ਹਾਂ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਨਾ, ਮਤਲਬ ਚਾਹੀਦੀ ਹੈ। ਮਤਲਬ ਸ਼ੁਰੂ ਤੋਂ ਇਹਨਾਂ ਨੇ ਇੱਦਾਂ ਹੀ ਰੱਖਿਆ, ਫਿਰ ਉੱਦਾਂ ਦੀ ਹੁਣ ਆਦਤ ਬਣ ਗਈ। ਪਹਿਲਾਂ ਵਿੱਚ 'ਚ ਸਾਰੇ ਕਹਿੰਦੇ ਸੀ ਕਿ ਹੁਣ ਪਾਪਾ ਮਰ ਗਏ, ਹੁਣ ਥੋੜ੍ਹਾ ਸਮਝ, ਪਰ ਮਤਲਬ ਫਿਰ ਵੀ ਬੂਆ ਨੇ ਇੱਦਾਂ ਕਿਹਾ, ਬੂਆ ਨੇ ਕਿਹਾ ਨਹੀਂ, ਕਿ ਜੋ ਇਹਦਾ ਦਿਲ ਹੈ ਨਾ ਉਹ ਕਰਨ ਦਿਓ, ਮਤਲਬ ਜੋ ਚੀਜ਼ ਇਹਨੇ ਕਰਨੀ ਹੈ ਨਾ ਇਹਨੂੰ ਕਰਨ ਦਿਓ। ਮਤਲਬ ਤਦ ਵੀ ਮਤਲਬ ਇੱਦਾਂ ਕਦੀ ਕਮੀ ਨਹੀਂ ਮਹਿਸੂਸ ਹੁੰਦੀ ਸੀ ਕਿ ਤੇਰੇ ਪਾਪਾ ਨਹੀਂ ਹੈ, ਤੈਨੂੰ ਇਹ ਚੀਜ਼ ਨਹੀਂ ਮਿਲੂਗੀ, ਜਾਂ ਤੈਨੂੰ ਇੱਦਾਂ ਨਹੀਂ ਮਿਲੂਗਾ, ਜਾਂ ਤੈਨੂੰ ਮਤਲਬ ਇੱਦਾਂ ਨਹੀਂ ਹੋਊਗਾ, ਜਾਂ ਤੈਨੂੰ ਇਹ ਚੀਜ਼ ਨਹੀਂ ਚਾਹੀਦੀ। ਮਤਲਬ ਥੋੜ੍ਹਾ ਬ੍ਰੇਕ ਲੈ ਕੇ ਮਿਲੀ, ਨਾਲ ਦੀ ਨਾਲ ਮਤਲਬ ਹਰ ਚੀਜ਼ ਮਿਲੀ ਹੈ। ਮਤਲਬ ਹੁੰਦਾ ਨਾ ਕਿ ਹਾਂ, ਕੀ ਕਹਿੰਦੇ ਕਿ ਉਹਦੇ ਸਿਰ 'ਤੇ ਪਿਓ ਨਹੀਂ ਹੈ। ਮਤਲਬ ਲੋਕਾਂ ਨਾਲ ਵੀ ਲੜੇ ਕਿ ਨਹੀਂ ਮੈਂ ਹੈਗੀ ਹਾਂ, ਮਤਲਬ ਇਹਦਾ ਮਤਲਬ ਫਾਦਰ ਮੈਂ ਹੈਗੀ ਹਾਂ ਹਲੇ। ਤਾਂ ਮਤਲਬ ਮੇਰਾ ਸਿਰਫ ਇੰਨਾ ਹੀ ਹੈ ਕਿ ਮੈਂ ਆਪਣੀ ਬੂਆ ਲਈ, ਮਤਲਬ ਆਪਣੇ ਪੈਰੈਂਟਸ ਲਈ ਮਤਲਬ ਇੰਨਾ ਸਟੈਂਡ ਹੋ ਜਾ ਕਿ ਮੇਰੇ ਕੋਈ ਇਹ ਨਾ ਕਹੇ ਕਿ ਹਾਂ ਇਹਦੇ ਪਾਪਾ ਨਹੀਂ ਸੀ, ਮਤਲਬ ਇਹਦੇ ਘਰਦਿਆਂ ਨੇ ਕੀਤਾ ਨਹੀਂ, ਜੋ ਵੀ ਹੈ। ਮਤਲਬ ਪੜ੍ਹ ਕੇ ਬਸ ਇੰਨਾ ਸਟੈਂਡ ਹੋਣਾ ਕਿ ਮੇਰੀ ਬੂਆ ਨੂੰ ਸਾਰੇ ਕਹਿਣ ਕਿ ਤੂੰ ਅੱਛੀ ਤਰ੍ਹਾਂ ਮਤਲਬ ਇੰਨੀ ਲਾਇਕ ਬਣਾਤੀ। ਮਤਲਬ ਇਹਨਾਂ ਦੇ ਮੂੰਹ 'ਤੇ ਹੀ ਹਲੇ ਵੀ ਮਤਲਬ ਸਾਰੇ ਕਹਿੰਦੇ ਤੇਰੀ ਵਿਆਹ ਦੀ ਉਮਰ ਹੋ ਗਈ। ਮੇਰੀ ਬੂਆ ਕਹਿੰਦੀ ਹੈ ਨਹੀਂ, ਹਲੇ ਇਹਨੇ ਪੜ੍ਹਨਾ ਹੈ, ਹਲੇ ਪੜ੍ਹਨ ਦਿਓ। ਮਤਲਬ ਇਹਨਾਂ ਦੇ ਮੂੰਹਾਂ ਨੂੰ ਹੀ ਰਿਸ਼ਤੇ ਆਉਂਦੇ ਕਿ ਹਾਂ ਉਹਨਾਂ ਦੇ ਨਿਆਣੇ ਅੱਛੇ ਹੈ। ਮਤਲਬ ਬਹੁਤ ਕਰਦੇ ਆ ਸਾਰੇ, ਮੇਰਾ ਨਹੀਂ ਮਤਲਬ ਕਰਦੇ ਸਾਰਿਆਂ ਦਾ ਹੀ, ਪਰ ਮੇਰਾ ਬਹੁਤ ਕਰਦੇ ਹੈ। ਜਿੱਦਾਂ ਇਹਨਾਂ ਨੇ ਦੱਸਿਆ ਕਿ ਤੁਸੀਂ ਆਪਣੀ ਭਰਜਾਈ ਨੂੰ ਇਹ ਪੁੱਛਦੇ ਹੋ ਵੀ ਜੇ ਤੈਨੂੰ ਵਧੀਆ ਘਰ-ਬਾਰ ਮਿਲਦਾ ਤਾਂ ਤੁਸੀਂ ਵਿਆਹ ਕਰਾ ਦਿਓ, ਹੈ ਨਾ? ਮੇਰੇ ਮੁੰਡੇ ਤੋਂ ਜ਼ਿਆਦਾ ਵਧੀਆ ਮਿਲਦਾ ਸੀ, ਅੱਛਾ, ਐਵੇਂ ਕਹਿੰਦੇ ਹੈ ਨਾ। ਉਹ ਕਹਿੰਦੀ ਮੈਂ ਨਹੀਂ ਕਰਾਉਣਾ, ਉਹ ਪਹਿਲਾਂ ਵੀ ਕਹਿੰਦੀ ਸੀ ਮੈਂ ਨਹੀਂ ਕਰਾਉਣਾ। ਉਹ 16 ਸਾਲ ਦੀ ਆਈ ਸੀ ਵਿਆਹ ਕੇ, ਜਦੋਂ ਅੱਛਾ ਬਹੁਤ ਛੋਟੀ ਸੀਗੀ ਜਿਸ ਟਾਈਮ ਆਈ ਸੀ, ਕੋਈ ਕੰਮ ਨਹੀਂ ਆਉਂਦਾ ਸੀ ਜਿਸ ਟਾਈਮ ਵਿਆਹ ਕੇ ਆਈ ਸੀ। ਅੱਛਾ, ਮਤਲਬ ਬੱਚਿਆਂ ਵਾਂਗ ਰੱਖਿਆ ਸੀ। ਤੁਸੀਂ ਕਹਿੰਦੇ ਵੀ ਹੁਣ ਤੁਹਾਨੂੰ ਕਦੀ ਉਹਨਾਂ ਨੇ ਪਲੇਟ ਵੀ ਨਹੀਂ ਚੱਕਣ ਦਿੱਤੀ? ਨਹੀਂ, ਮੈਂ ਘਰ ਦਾ ਕੰਮ ਨਹੀਂ ਕਰਦੀ, ਕੋਈ ਵੀ ਨਹੀਂ ਚੱਕਣ ਦਿੰਦਾ। ਅੱਛਾ, ਇਹ ਛੋਟੀ ਹੈ ਵੀ ਨਹੀਂ ਚੱਕਣ ਦਿੰਦੀ, ਹੈ ਨਾ। ਕੰਮ ਨਹੀਂ ਮੈਂ ਕੋਈ ਵੀ ਕਰਦੀ, ਈਵਨ ਆਪਣੇ ਕੱਪੜੇ, ਮੇਰਾ ਮੂਡ ਹੋਵੇ ਤਾਂ ਮੈਂ ਸਵੇਰੇ ਨਹਾਉਣ ਲੱਗੇ ਧੋ ਲਵਾਂ, ਤਾਂ ਉਹ ਮੇਰੀ ਮਰਜ਼ੀ ਹੈ, ਪਰ ਮੈਨੂੰ ਕੰਮ ਮੈਂ ਕੋਈ ਨਹੀਂ ਕਰਦੀ। ਰੋਟੀ ਤਾਂ ਮੈਨੂੰ ਸਦੀਆਂ ਹੋ ਗਿਆ ਨਹੀਂ ਬਣਾਈ, ਜੇ ਮੈਂ ਟੂਰ 'ਤੇ ਜਾਵਾਂ ਫਿਰ ਬਣਾ ਲੈਂਦੀ ਹਾਂ, ਪਰ ਘਰ ਨਹੀਂ ਕਦੀ ਵੀ ਮੈਂ ਕੋਈ ਕੰਮ ਕੀਤਾ, ਨਾ ਝਾੜੂ ਪੋਛਾ, ਕੁਛ ਨਹੀਂ। ਪਹਿਲਾਂ ਸਾਰੇ ਬੱਚੇ ਪਾਲੇ ਤੁਸੀਂ, ਹੈ ਨਾ, ਭੈਣ ਭਰਾਵਾਂ ਨੂੰ ਪਾਲਿਆ, ਹੈ ਨਾ, ਇੱਕ ਮਾਂ ਬਣ ਕੇ। ਫਿਰ ਬ੍ਰਦਰ ਦੀ ਡੈਥ ਹੋ ਜਾਂਦੀ, ਫਿਰ ਇਹਨਾਂ ਦੇ ਫਾਦਰ ਸਾਹਿਬ ਦੀ ਜਗ੍ਹਾ ਤੁਸੀਂ ਉਹਨਾਂ ਦੇ ਪਿਤਾ ਬਣ ਕੇ ਉਹਨਾਂ ਦਾ ਸਾਥ ਦਿੱਤਾ। ਬਿਲਕੁਲ, ਇਹ ਗੱਲ ਨਾ ਪੁੱਛੋ ਮੈਨੂੰ। ਬ੍ਰਦਰ ਮੇਰਾ ਬਹੁਤ ਅੱਛਾ ਸੀਗਾ। ਇਹ ਤਾਂ ਮੈਂ ਜਿਸ ਟਾਈਮ ਮੈਂ ਲੱਕੜੀਆਂ 'ਚ ਵੀ ਜਾਵਾਂਗੀ ਤਾਂ ਵੀ ਨਹੀਂ ਭੁੱਲਾਂਗੀ। ਜ਼ਿਆਦਾ ਆਉਂਦਾ ਸੀ ਨਾ, ਦਿਖਦਾ ਦੀਦੀ ਕਿੱਥੇ ਆ, ਦੀਦੀ। ਟੂਰ 'ਤੇ ਵੀ ਮੈਨੂੰ ਫੋਨ ਕਰ ਲੈਂਦਾ ਸੀਗਾ। ਪਿਆਰ ਬਹੁਤ ਸੀ। ਹਾਂ, ਬਹੁਤ ਜ਼ਿਆਦਾ ਕਰਦੇ ਤੇ ਵੀ ਹੈ, ਪਰ ਉਹਦੇ ਨਾਲ ਮੇਰਾ ਜ਼ਿਆਦਾ ਹੀ ਲਗਾਵ ਸੀਗਾ। ਉਹਦੇ ਤੋਂ ਬਿਨਾਂ ਸ਼ਾਇਦ ਮੈਂ ਸੋਚਦੀ ਸੀ, ਮੈਂ ਕਿਹਾ ਮੈਂ ਸੰਨਿਆਸ ਲੈ ਲੈਣਾ ਹੁਣ ਵੀ। ਫਿਰ ਮੈਨੂੰ ਰੱਬ ਨੇ ਪਤਾ ਨਹੀਂ ਕਿਉਂ ਹੋਰ ਡਿਊਟੀ ਲਗਾਤੀ ਇਹਨਾਂ ਦੀ ਵੀ ਇਹਨਾਂ ਨੂੰ ਵੀ ਦੇਖੋ। ਉਹਦੀ ਗੱਲ ਨਹੀਂ ਮੈਂ ਕਰ ਸਕਦੀ ਹਮੇਸ਼ਾ, ਕੋਈ ਵੀ ਜਦੋਂ ਵੀ ਕਰੇ। ਉਹ ਸਾਰਾ ਜ਼ਿੰਦਗੀ ਤੋਂ ਵੱਡਾ ਧੱਕਾ ਸੀਗਾ ਜਿਹੜਾ ਕਦੀ ਵੀ ਨਹੀਂ ਭੁੱਲ ਸਕਦੀ ਮੈਂ। ਬਾਕੀ ਲਾਈਫ 'ਚ ਮੈਂ ਸੁਖੀ ਹਾਂ, ਇਹ ਨਹੀਂ ਕਿ ਮੈਂ ਦੁਖੀ ਹਾਂ। ਮੈਂ ਦੁਖੀ ਬਸ ਇੱਕੋ ਹੀ ਗੱਲ ਤੋਂ ਕਿ ਮੇਰੇ ਮਦਰ ਗਏ ਮੈਨੂੰ ਨਹੀਂ ਦੁੱਖ ਲੱਗਿਆ, ਮੇਰੇ ਫਾਦਰ ਗਏ ਮੈਨੂੰ ਨਹੀਂ ਦੁੱਖ ਲੱਗਿਆ, ਪਰ ਜਦ ਮੇਰਾ ਬ੍ਰਦਰ ਗਿਆ ਫਿਰ ਮੈਨੂੰ ਦੁੱਖ ਲੱਗਿਆ ਕਿ ਉਹਦੀ ਉਮਰ ਨਹੀਂ ਸੀ ਹਲੇ ਕੁਛ ਵੀ, 40 ਸਾਲ ਦਾ ਸੀ ਸਾਰਾ, ਹੈ ਨਾ। ਨਾਲੇ ਫਿਰ ਇਹ ਹੈ ਨਾ ਵੀ ਆਪਾਂ ਪਰਮਾਤਮਾ 7 ਫੇਰੇ ਲੈਂਦੇ ਹਾਂ, 4 ਲਾਵਾਂ ਲੈਂਦੇ ਹਾਂ। ਫਿਰ ਉਹ ਕਹਿੰਦਾ ਵੀ ਸਾਰੀ ਜ਼ਿੰਦਗੀ ਦਾ ਸਾਥ ਹੁੰਦਾ ਆਦਮੀ, ਹਸਬੈਂਡ। ਮੈਨੂੰ ਪਤਾ ਸਭ ਕੁਛ ਹੈ ਕਿ ਆਪਣੀ ਜ਼ਿੰਦਗੀ 'ਚ ਹਸਬੈਂਡ ਹੈਗਾ ਤਾਂ ਸਭ ਕੁਛ ਹੈ ਨਾ। ਕੋਈ ਦੇਵਰ ਜੇਠ ਨਹੀਂ ਜ਼ਿਆਦਾ ਦੇਰ ਤੱਕ ਪੁੱਛਦਾ, ਪਰ ਫਿਰ ਹੁਣ ਰੱਬ ਦੇ ਅੱਗੇ ਤਾਂ ਜ਼ੋਰ ਨਹੀਂ ਚੱਲਦਾ ਮੈਡਮ। ਜੋ ਉਹਨੇ ਕਰਨਾ ਉਹਨੇ ਕਰਨਾ ਹੀ ਹੈ। ਉਹਦੇ ਸਾਡੀ ਦਿਲ ਦੀ ਗੱਲ ਨਹੀਂ ਸੁਣਨੀ, ਉਹਨੇ ਆਪਣੀ ਮਰਜ਼ੀ ਕਰਨੀ, ਸ਼ਾਇਦ ਉਹਨੂੰ ਉਹੀ ਖੁਸ਼ੀ ਮਿਲੀ ਹੋਏਗੀ। ਕਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਵੀ ਮੇਰੀ ਮੈਰਿਜ ਨਹੀਂ ਹੋਈ ਜੇ ਤੁਸੀਂ ਕਰਵਾਇਆ ਨਹੀਂ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਉਹਦਾ ਲੜਾਈ ਲੜਾਈ ਪਹਿਲਾਂ ਹੁੰਦੀ, ਜਿੱਦਾਂ ਪਹਿਲਾਂ ਹੁੰਦੀ ਸੀ ਮੇਰੇ ਡੈਡੀ ਨਾਲ ਹੋ ਜਾਂਦੀ ਸੀ। ਮੇਰੇ ਡੈਡੀ ਨਾਲ ਨਹੀਂ ਬਣੀ ਮੇਰੀ, ਹੈ ਨਾ। ਮੇਰੇ ਫਾਦਰ ਸਾਹਿਬ ਨਾਲ ਨਹੀਂ ਬਣੀ ਵੀ ਜਿੱਦਾਂ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ। ਤੁਸੀਂ 7 ਬੱਚੇ ਪੈਦਾ ਕਰਤੇ, ਉਸ ਤੋਂ ਬਾਅਦ ਤੁਸੀਂ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ। ਤੁਸੀਂ ਵਾਪਸ ਆ ਜਾਂਦੇ, ਹੁਣ ਵੀ ਤਾਂ ਖਾਲੀ ਆਏ ਹੋ, ਤੇ ਥੋੜਾ ਪਹਿਲਾਂ ਹੀ ਆ ਜਾਂਦੇ ਤਾਂ ਕਿ ਬੱਚਿਆਂ ਦੀ ਲਾਈਫ, ਥੋੜਾ ਤੁਸੀਂ ਕੰਮ ਕਰਦੇ, ਥੋੜਾ ਅਸੀਂ ਕਰਦੇ। ਹਰ ਕੰਮ ਤਰੀਕੇ ਸਿਰ ਹੀ ਅੱਛਾ ਲੱਗਦਾ, ਹੈ ਨਾ। ਜੇ ਹੁਣ ਤੁਸੀਂ ਕਹਿ ਰਹੇ ਹੋ ਮੈਨੂੰ ਵਿਆਹ ਕਰਾਉਣ ਨੂੰ ਕਹਿ ਰਹੇ ਹੋ, ਤਾਂ ਫਿਰ ਬਾਕੀਆਂ ਦਾ ਕਦੋਂ ਕਰੋਗੇ? ਬਚਪਨ ਤੋਂ ਹੀ ਮੇਰੇ ਫਾਦਰ ਚਲੇ ਗਏ, ਤੇ ਇਹ ਸੋਚਣ ਦਾ ਕਦੋਂ ਮੌਕਾ ਲੱਗੇਗਾ ਕਿ ਮੈਂ ਵਿਆਹ ਕਰਾਉਣਾ, ਹੈ ਨਾ। ਉਹ ਤਾਂ ਮੌਕਾ ਹੀ ਨਹੀਂ ਸੀ, ਨਾ ਮੈਂ ਸੋਚਿਆ, ਕਿਉਂਕਿ ਪਹਿਲਾਂ ਹੀ 6 ਪਾਲਣੇ ਸੀਗੇ, ਇਹ ਵੀ ਬੱਚੇ ਹੀ ਸੀਗੇ ਉਸ ਟਾਈਮ। ਤੁਸੀਂ ਦੇਖਦੇ ਤਾਂ ਬਿਲਕੁਲ ਛੋਟੇ ਛੋਟੇ ਸੀਗੇ, ਹੈ ਨਾ। ਔਰ ਗਰੀਬੀ ਵੀ ਇੰਨੀ ਸੀ। ਫਿਰ ਤਾਂ
ਈਵਨ ਹੁਣ ਮੈਂ ਤੁਹਾਨੂੰ ਦੱਸਿਆ ਸੀ, ਕਈ ਵਾਰੀ ਪੜੋਸੀਆਂ ਤੋਂ ਹਲਦੀ ਮਿਰਚ ਵੀ ਮੰਗਣ ਚਲੇ ਜਾਂਦੇ ਸੀ, ਨਹੀਂ ਹੁੰਦੀ ਤਾਂ ਲੋਕੀ ਪਤਾ ਕੀ ਕਹਿੰਦੇ, ਤੁਹਾਡਾ ਕੰਮ ਹੀ ਹੈ ਮੰਗਣਾ। ਅੱਜ ਪਰਮਾਤਮਾ ਦੇ ਜੇ ਮੈਂ ਵਿਆਹ ਕਰਾਂਦੀ ਫਿਰ ਇਹ ਤਾਂ ਬਿਲਕੁਲ ਹੀ ਚਲੇ ਜਾਂਦੇ, ਹੈ ਨਾ। ਕੋਈ ਕਿੱਧਰੇ ਜਾਂਦਾ, ਕੋਈ ਕਿੱਧਰੇ ਜਾਂਦਾ, ਫਿਰ ਤਾਂ ਭਈਆ ਮਦਰਾਸੀਆਂ ਵੱਕਣ ਹੀ ਹੋ ਜਾਣਾ ਸੀਗਾ। ਹੁਣ ਚੱਲ ਇੱਕ ਜਗ੍ਹਾ ਜੁੜੇ ਰਹੇ। ਇੱਕ ਕਹਿੰਦੇ ਮੁਰਗੀ ਜਿਹੜੀ ਹੈ ਨਾ ਚੂਚਿਆਂ ਨੂੰ ਪਰ ਥੱਲੇ ਰੱਖਦੀ ਹੈ ਨਾ, ਉਹ ਪਰ ਥੱਲੇ ਰੱਖਣ ਲਈ ਤਾਂ ਕਿਸੇ ਨੂੰ ਤਾਂ ਕੁਰਬਾਨੀ ਕਰਨੀ ਪੈਣੀ ਸੀ ਨਾ। ਮੇਰੀ ਮਦਰ ਇੰਨੀ ਤੇਜ਼ ਨਹੀਂ ਸੀ ਜਿੰਨੀ ਮੈਂ ਤੇਜ਼ ਹੋ ਗਈ ਹੋਈ ਹਾਂ ਹੁਣ ਤਾਂ ਮੈਂ ਚਲਦੀ, ਕੋਈ ਖੜਾ ਹੋ ਜਾਏ ਮੇਰੇ ਕੋਲ ਤਾਂ ਮੈਂ ਉਹਨੂੰ ਪਹਿਚਾਣ ਜਾਂਦੀ ਕਿ ਇਹ ਬੰਦਾ ਮੇਰੇ ਤੋਂ ਕੀ ਚਾਹ ਰਿਹਾ, ਹੈ ਨਾ। ਅਤੇ ਇਹ ਜਿਹੜਾ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਜ਼ਿੰਦਗੀ ਇੱਕ ਸੰਘਰਸ਼ ਹੈ। ਜੇ ਆਪਾਂ ਨਹੀਂ ਕਰਾਂਗੇ ਤਾਂ ਕਿਸੇ ਨੂੰ ਤਾਂ ਬਲੀ ਦੇਣੀ ਪੈਣੀ ਸੀ, ਹੈ ਨਾ। ਅਤੇ ਮੇਰੇ ਦਿਮਾਗ 'ਚ ਕਦੀ ਨਹੀਂ ਆਇਆ ਕਿ ਮੇਰਾ ਵਿਆਹ ਨਹੀਂ ਹੋਇਆ ਜਾਂ ਮੇਰੀ ਫੈਮਿਲੀ ਇੱਦਾਂ ਨਹੀਂ ਹੋਈ, ਹੈ ਨਾ। ਹੁਣ ਅਸੀਂ ਟੂਰ 'ਤੇ ਜਾਂਦੇ ਹਾਂ, ਉੱਥੇ ਰੁਕਦੇ ਆ, ਰੋਟੀ ਖਾਂਦੇ ਹਾਂ, ਬਣੀ ਬਣਾਈ ਰੋਟੀ ਅੱਗੇ ਆ ਜਾਂਦੀ ਹੈ। ਫਿਰ ਜਿਹੜੀ ਇੱਕ ਜ਼ਿੰਦਗੀ ਹੈ ਨਾ ਮੈਮ, ਜਦ ਤੁਸੀਂ ਕਿਸੇ ਨੂੰ ਰੋਬ ਨਾਲ ਹੀ ਜੀਣਾ ਸਿੱਖ ਲਿਆ ਨਾ, ਫਿਰ ਉਹ ਕਿਸੇ ਦੀ ਜੁੱਤੀ ਥੱਲੇ ਰਹਿ ਕੇ ਨਹੀਂ ਜੀ ਸਕਦਾ। ਸਮਝ ਰਹੇ ਹੋ ਵੀ ਕੋਈ ਤੁਹਾਨੂੰ ਕਹੇ ਵੀ ਇਹ ਕੰਮ ਕਰ ਲੈ, ਜਾਂ ਤੂੰ ਵੀ ਇਹ ਹੁਣ ਬੱਚੇ ਪੈਦਾ ਹੋ ਗਏ, ਹੁਣ ਇਹਨਾਂ ਨੂੰ ਦੇਖ ਲੈ, ਕਮਾ ਕੇ ਵੀ ਲਿਆ। ਤਾਂ ਆਸ਼ਾ ਨੇ ਆਪਣੀ ਜ਼ਿੰਦਗੀ 'ਚੋਂ ਪੰਨਾ ਫਾੜਤਾ ਹੋਇਆ ਸੀ ਬਈ ਕਿ ਨਹੀਂ, ਹੁਣ ਇਹਨਾਂ ਨੂੰ ਹੀ ਪਾਲਣਾ, ਇਹਨਾਂ ਤੋਂ ਹੀ ਸਭ ਕੁਝ ਮੰਗਣਾ। ਜੇ ਨਹੀਂ ਵੀ ਦੇਣਗੇ ਫਿਰ ਵੀ ਮੈਂ ਨਹੀਂ, ਜੇ ਨਹੀਂ ਵੀ ਦੇਣਗੇ ਪਰ ਇੱਦਾਂ ਦਾ ਮੌਕਾ ਨਹੀਂ ਆਏਗਾ, ਹੈ ਨਾ। ਮੇਰੇ ਬ੍ਰਦਰ ਬਹੁਤ ਅੱਛਾ ਹੈ, ਮੈਨੂੰ ਦੇਖਦੇ ਆ, ਜੇ ਮੈਂ ਰਾਤ ਨੂੰ ਚੂੰ ਵੀ ਕਰਦਾ ਤਾਂ ਵੀ ਇਕੱਠੇ ਹੋ ਜਾਂਦੇ ਸਾਰੇ ਜਾਣੇ। ਪਰ ਜੇ ਕਦੀ ਇਹ ਮੌਕਾ ਆਇਆ ਮੈਨੂੰ ਨਹੀਂ ਪੁੱਛਣਗੇ, ਅਤੇ ਅੱਜ ਵੀ ਆਸ਼ਾ ਇੰਨੀ ਹਿੰਮਤ ਰੱਖਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਆਪ ਬਹੁਤ ਵਧੀਆ ਤਰੀਕੇ ਨਾਲ ਬਿਤਾ ਸਕਦੀ ਹਾਂ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ, ਟਾਈਮ ਦਿੱਤਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਇੱਥੇ ਆਏ। ਔਰ ਮੇਰੀ ਲਾਈਫ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਮਤਲਬ ਕਿ ਆਪਣੀ ਲਾਈਫ ਦੀ ਪੰਨੇ ਖੋਲ੍ਹੇ ਆ ਜਿਹੜੇ ਕਿ ਮੈਂ ਅੱਜ ਤੱਕ ਨਹੀਂ ਖੋਲ੍ਹੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਮੈਂ ਤਾਂ ਇਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਾਂਗੀ ਕਿ ਤੁਹਾਡਾ ਚੈਨਲ ਖੂਬ ਵਧੇ ਫੁੱਲੇ, ਖੂਬ ਤਰੱਕੀ ਕਰੋ। ਸ਼ੁਕਰੀਆ ਜੀ, ਥੈਂਕ ਯੂ। ਸੋ ਜੀ, ਕਹਾਣੀ ਵਧੀਆ ਲੱਗੀ, ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।